ਮਨਮੁਖ ਕਰਮ। ਮਨਮੁਖ ਮੋਹ ਵਿਆਪਿਆ, ਬੈਰਾਗ ਉਦਾਸੀ ਨਾ ਹੋਏ। ਸ਼ਬਦ ਨਾ ਚੀਨੈ ਸਦਾ ਦੁਖ, ਹਰ ਦਰਗਹ ਪਤ ਖੋਏ। ਸ੍ਰੀ ਰਾਗ ਮਹਲਾ ਤੀਜਾ। ਮਨਮੁਖ ਕਰਮ ਉਹ ਹਨ ਜੋ ਮਨ ਦੇ ਮਗਰ ਲੱਗ ਕੇ ਕੀਤੇ ਜਾਂਦੇ ਹਨ। ਜੋ ਸ਼ਖਸ ਮਨ ਦੇ ਮਗਰ ਲੱਗ ਕੇ ਕਰਮ ਕਰਦਾ ਹੈ ਉਹ ਮਨਮੁਖ ਕਹਾਉਂਦਾ ਹੈ। ਮਾਇਆ ਦੇ ਦ੍ਰਿਸ਼ਟਮਾਨ ਪਸਾਰੇ ਵਿੱਚ ਮੋਹਿਤ ਹੋ ਕੇ ਮਨਮੁਖ ਮੋਹ ਮਾਇਆ ਵਾਲੇ ਕਰਮ ਹੀ ਕਰਦਾ ਹੈ ਅਤੇ ਸੰਸਾਰਕ ਮੋਹ ਵਿੱਚ ਹੀ ਮੱਤਾ ਵਿਆਪਿਆ ਰਹਿੰਦਾ ਹੈ। ਤਿਸ ਨੂੰ ਪਰਮਾਰਥ ਸੰਦਾ ਬੈਰਾਗ ਕਦੇ ਉਪਜਦਾ ਹੀ ਨਹੀਂ, ਨਾ ਹੀ ਕਦੇ ਮਾਇਆ ਤੋਂ ਉਦਾਸੀ ਹੁੰਦੀ ਹੈ। ਉਸ ਨੂੰ ਸ਼ਬਦ ਦੀ ਸੋਝੀ ਹੀ ਨਹੀਂ ਆਉਂਦੀ। ਇਸ ਕਰਕੇ ਸਦਾ ਦੁੱਖ ਹੀ ਦੁੱਖ ਉਸ ਉੱਤੇ ਛਾਇਆ ਰਹਿੰਦਾ ਹੈ। ਇਸ ਲੋਕ ਵਿਖੇ ਤਾਂ ਉਹ ਦੁਖੀਆ ਰਹਿੰਦਾ ਹੈ, ਅੱਗੇ ਹਰ ਦਰਗਾਹ ਵਿੱਚ ਗਿਆ ਉਸ ਦੀ ਪਤ ਪ੍ਰਤੀਤ ਹੀ ਨਹੀਂ ਰਹਿੰਦੀ। ਉਹ ਕੌਡੀ ਦਾ ਮੁੱਲ ਨਹੀਂ ਪਾਉਂਦਾ, ਪਿਆ ਧੱਕੇ ਖਾਂਦਾ ਹੈ, ਸਾਰੀ ਪਤ ਲੱਥੀ ਜਾਂਦੀ ਹੈ। ਦੁਨਿਆਵੀ ਕੁੜਾਵੀ ਪਤ ਦੀ ਉੱਥੇ ਕੋਈ ਬਾਤ ਨਹੀਂ ਪੁੱਛਦਾ, ਪ੍ਰਤੀਤ ਹੀ ਨਹੀਂ ਰਹਿੰਦੀ। ਮਨਮੁਖ ਕਰਮ ਕਮਾਵਣੇ ਜਿਉ ਦੁਹਾਗਣ ਤਨ ਸਿੰਗਾਰ, ਸੇਜੈ ਕੰਤ ਨਾ ਆਵਈ ਨਿਤ ਨਿਤ ਹੋਏ ਖੁਆਰ। ਪਿਰਕਾ ਮਹਿਲ ਨਾ ਪਾਵਈ ਨਾ ਦੀਸੈ ਘਰ ਬਾਰ। ਸ੍ਰੀ ਰਾਗ ਮਹਲਾ ਤੀਜਾ। ਭਾਵ ਮਨਮੁਖ ਪ੍ਰਾਣੀ ਦੇ ਮਨ ਉਕਤ ਕਰਮ ਕਮਾਵਣੇ ਇਸ ਤਰ੍ਹਾਂ ਬਿਰਥੇ ਅਤੇ ਝੂਠੇ ਹਨ ਜਿਵੇਂ ਸੁਹਾਗਹੀਣ ਛੁੱਟੜ ਰਨ ਦੁਹਾਗਣ ਦੇ ਤਨ ਦਾ ਸਿੰਗਾਰ ਲਾਉਣਾ ਕਿਸੇ ਲੇਖੇ ਨਹੀਂ, ਕਿਉਂਕਿ ਉਹ ਨਿਖਸਮੀ ਹੈ। ਇਸੇ ਤਰ੍ਹਾਂ ਮਨਮੁਖ ਪ੍ਰਾਣੀ ਵੀ ਨਿਗੁਰਾ ਹੋਣ ਕਰ ਨਿਖਸਮਾ ਹੈ। ਉਸ ਦੇ ਮਨ ਰੁਚਤ ਕਰਮ, ਆਪਣੀ ਰੁਚੀ ਦੇ ਕਰਮ ਸਭ ਫਜ਼ੂਲ ਹਨ, ਕਿਤੇ ਵੀ ਕਬੂਲ ਨਹੀਂ ਪੈਂਦੇ। ਜਿਸ ਪ੍ਰਕਾਰ ਛੁੱਟੜ ਰਨ ਦੁਹਾਗਣ ਦੀ ਸੇਜ ਤੇ ਕੰਤ ਨਹੀਂ ਆਉਂਦਾ, ਉਹ ਨਿਤ ਨਿਤ ਖੁਆਰ ਹੀ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਮਨਮੁਖ ਭਾਵੇਂ ਲੱਖ ਕਰਮ ਕਮਾਵੇ ਉਸ ਨੂੰ ਸਦਾ ਖੁਆਰੀ ਹੀ ਰਹਿੰਦੀ ਹੈ, ਕਿਉਂਕਿ ਪਰਮਾਰਥ ਵਾਲੀ ਖੇਡ ਉਸ ਦੀ ਖੁੱਸੀ ਹੋਈ ਹੈ, ਬੰਦ ਹੈ। ਪਤੀ ਪਰਮਾਤਮਾ ਉਸ ਦੇ ਨੇੜੇ ਨਹੀਂ ਟੁਕਦਾ, ਜਿਸ ਕਰਕੇ ਉਸ ਨੂੰ ਸਦਾ ਖੀਨਤਾ ਭਰੀ ਖਰਾਬੀ ਹੀ ਖਰਾਬੀ ਦਰਪੇਸ਼ ਹੈ ਅਤੇ ਖੁਆਰੀ ਹੀ ਖੁਆਰੀ ਉਸ ਨੂੰ ਸਦੀਵ ਕਾਲ ਹੁੰਦੀ ਰਹਿੰਦੀ ਹੈ। ਜਿਵੇਂ ਛੁੱਟੜ ਦੁਹਾਗਣੀ ਪਤੀ ਦੇ ਮਹਿਲ ਵਿੱਚ ਵੜਨੀ ਹੀ ਨਹੀਂ ਪਾਉਂਦੀ, ਸਗੋਂ ਪਤੀ ਦੇ ਘਰ ਦਾ ਬੂਹਾ ਵੀ ਉਹ ਨਹੀਂ ਦੇਖਣਾ ਪਾਉਂਦੀ, ਇਵੇਂ ਮਨਮੁਖ ਜਗਿਆਸੂ ਨੂੰ ਵਾਹਿਗੁਰੂ ਦਾ ਮੇਲ ਹੀ ਨਹੀਂ ਹੁੰਦਾ, ਨਾ ਹੀ ਉਸ ਨੂੰ ਮੇਲ ਦਾ ਮਾਰਗ ਲੱਭਦਾ ਹੈ। ਚਾਹੇ ਲੱਖ ਮਨਮੁਖੀ ਕਰਮ ਕਮਾ ਥੱਕੇ, ਉਸ ਦੇ ਕੀਤੇ ਕਰਮ ਕਿਸੇ ਲੇਖੇ ਨਹੀਂ ਪੈਂਦੇ। ਨਿਗੁਰੇ ਮਨਮੁਖ ਦੇ ਮਨਮੁਖੀ ਕਰਮ ਉਸ ਨੂੰ ਓਜੜ ਹੀ ਪਾਈ ਰੱਖਦੇ ਹਨ, ਸੁਮਾਰਗ ਤੇ ਲੱਗਣ ਹੀ ਨਹੀਂ ਦਿੰਦੇ। ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦ੍ਰਿੜਾਏ, ਬਿਨ ਗੁਰ ਕਿਨਹਿ ਨਾ ਪਾਇਓ ਬਿਰਥਾ ਜਨਮ ਗਵਾਏ। ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜ਼ਾਏ, ਮਨ ਰੇ ਦੂਜਾ ਭਾਉ ਚੁਕਾਏ। ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ। ਰਹਾਓ ਹਉਮੈ ਵਿੱਚ ਜਗ ਬਿਨਸਦਾ, ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ। ਸ੍ਰੀ ਰਾਗ ਮਹਲਾ ਤੀਜਾ। ਭਾਵ ਵਾਹਿਗੁਰੂ ਆਪਣੀ ਕਿਰਪਾ ਕਰੇ ਤਾਂ ਸੱਚੇ ਸਤਿਗੁਰੂ ਦਾ ਮਿਲਾਵਾ ਹੋਵੇ। ਸਤਿਗੁਰੂ ਦੀ ਕਿਰਪਾ ਦੀਖਿਆ ਪ੍ਰਸਾਦ ਦੁਆਰਾ ਨਾਮ ਦ੍ਰਿੜ ਹੁੰਦਾ ਹੈ। ਜਿਸ ਉੱਪਰ ਕਿਰਪਾ ਹੋਵੇ ਤਿਸ ਨੂੰ ਸਤਿਗੁਰ ਨਾਮ ਦ੍ਰਿੜਾ ਦੇਵੇ, ਨਹੀਂ ਤਾਂ ਹਰ ਇੱਕ ਪ੍ਰਾਣੀ ਮਨਮੁਖ ਹੀ ਰਹਿ ਜਾਂਦਾ ਹੈ। ਨਿਗੁਰਾ ਮਨਮੁਖ ਆਪਣਾ ਜਨਮ ਬਿਰਥਾ ਹੀ ਗਵਾ ਲੈਂਦਾ ਹੈ, ਕਿਉਂਕਿ ਗੁਰਮੁਖ ਬਣੇ ਬਿਨਾਂ, ਸਗੁਰਾ ਹੋਏ ਬਿਨਾਂ ਕਿਸੇ ਨੂੰ ਵੀ ਪਰਮਾਰਥ ਦੀ ਅਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਬਿਹੂਣੇ ਨਿਗੁਰੇ ਮਨਮੁਖ ਦੇ ਜਿਤਨੇ ਵੀ ਕਰਮ ਕਮਾਏ ਹੋਏ ਹੁੰਦੇ ਹਨ ਉਹ ਉਸ ਨੂੰ ਰੰਚਕ ਵੀ ਸਹਾਈ ਨਹੀਂ ਹੁੰਦੇ। ਮਨਮੁਖ ਨੂੰ ਸੱਚੀ ਦਰਗਾਹ ਅੰਦਰ ਸਜ਼ਾ ਮਿਲਦੀ ਹੈ। ਮਨਮੁਖ ਤਾਂ ਸਦਾ ਦੂਜੇ ਭਾਏ ਵਿੱਚ ਕਰਮ ਕਮਾਉਣ ਦੀਆਂ ਟੱਕਰਾਂ ਮਾਰਦਾ ਰਹਿੰਦਾ ਹੈ। ਗੁਰ ਦੀਖਿਆ ਲੈ ਕੇ ਮਨਮੁਖੋਂ ਗੁਰਮੁਖ ਬਣੇ, ਅੰਮ੍ਰਿਤ ਛਕ ਕੇ ਗੁਰੂ ਦਾ ਸਚਿਆਰ ਸਿੱਖ ਸਜ ਜਾਵੇ ਤਾਂ ਉਸ ਦਾ ਦੂਜਾ ਭਾਉ ਦੂਰ ਹੁੰਦਾ ਹੈ, ਚੁਕਾਇਆ ਜਾਂਦਾ ਹੈ। ਗੁਰੂ ਦੇ ਸੇਵਕ ਸੱਚਾ ਸਿੱਖ ਬਣਨ ਵਿੱਚ ਹੀ ਸੁੱਖ ਹੈ, ਕਿਉਂਕਿ ਗੁਰਸਿੱਖ ਬਣ ਕੇ ਗੁਰਮੰਤਰ ਨਾਮ ਦੀਆਂ ਕਮਾਈਆਂ ਕਰਕੇ ਉਸ ਦੇ ਅੰਤਰ ਆਤਮੇ ਹੀ ਅੰਤਰਯਾਮੀ ਵਾਹਿਗੁਰੂ ਆਣ ਵਸਦਾ ਹੈ। ਮਨਮੁਖ ਪ੍ਰਾਣੀ ਸਦਾ ਹਉਮੈ ਵਿੱਚ ਕਰਮਕਾਰ ਕਮਾਉਂਦਾ ਪਚ ਮਰਦਾ ਹੈ। ਹਉਮੈ ਵਿੱਚ ਪਿਆ ਹੋਇਆ ਜਗਤ ਬਿਨਸਦਾ ਹੈ ਅਤੇ ਮੁੜ ਮੁੜ ਕੇ ਜੰਮਣ ਮਰਨ ਆਵਾ ਗਾਉਣ ਵਿੱਚ ਭਰਮਦਾ ਰਹਿੰਦਾ ਹੈ ਅਤੇ ਮਨਮੁਖ ਹੀ ਰਹਿੰਦਾ ਹੈ। ਜਗਤ ਵਿੱਚ ਜਿਤਨੇ ਵੀ ਮਨਮੁਖ ਹਨ ਸੋ ਆਪਣੀ ਪਤ ਆਬਰੋ ਗਵਾ ਕੇ ਚਲੇ ਜਾਣਗੇ ਅਤੇ ਨਿਪੱਤੇ ਨਿਗੱਤੇ ਹੀ ਰਹਿਣਗੇ। ਦਰਗਾਹ ਅੰਦਰ ਖੱਜਲ ਖੁਆਰ ਹੋਣਗੇ, ਕਿਉਂਕਿ ਉਹ ਗੁਰ ਸ਼ਬਦ ਗੁਰ ਦੀਖਿਆ ਵਾਲੇ ਗੁਰਮਤ ਮਾਰਗ ਤੇ ਦ੍ਰਿੜ ਨਹੀਂ ਹੋਏ, ਗੁਰ ਦੀਖਿਆ ਗੁਰ ਸ਼ਬਦ ਦੇ ਜਾਣੂ ਹੀ ਨਹੀਂ ਹੋਏ। ਮਨਮੁਖ ਮਹਿਲ ਨਾ ਪਾਇਨੀ
ਕੂੜ ਮੁੱਠੇ ਕੂੜਿਆਰ। ਸ੍ਰੀ ਰਾਗ ਮਹਲਾ ਤੀਜਾ। ਕੂੜ ਮੁੱਠੇ ਹੋਏ ਮਨਮੁਖ ਕੂੜਿਆਰਾਂ ਵਾਲੇ ਕਰਮ ਹੀ ਕਰਦੇ ਹੋਏ ਜਨਮ ਬਿਰਥਾ ਗਵਾ ਜਾਂਦੇ ਹਨ। ਸਾਰਾ ਜੱਗ ਮਨਮੁੱਖਾਂ ਦਾ ਹਉਮੈ ਵਿੱਚ ਪਚਿਆ ਹੋਇਆ ਹਉ ਕਰਦਾ ਅਤੇ ਹਉਮੈ ਅਧੀਨ ਮਨਮੁੱਖਾਂ ਵਾਲੇ ਕਰਮ ਕਰਦਾ ਕਰਦਾ ਹੀ ਮਰ ਜਾਂਦਾ ਹੈ। ਸੱਚੇ ਸਤਿਗੁਰੂ ਬਾਝੋਂ ਘੋਰ ਅੰਧਾਰਾ ਹੈ। ਹਉਮੈ ਕਰਤਾ ਜਗਮੁਆ ਗੁਰ ਬਿਨ ਘੋਰ ਅੰਧਾਰ। ਸ੍ਰੀ ਰਾਗ ਮਹਲਾ ਤੀਜਾ। ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ। ਮਨਮੁਖ ਹਰ ਹਰ ਕਰ ਥਕੇ ਮੈਲ ਨ ਸਕੀ ਧੋਏ। ਰਹਾਓ। ਮਨ ਮੈਲੈ ਭਗਤ ਨ ਹੋਵਈ ਨਾਮ ਨ ਪਾਇਆ ਜਾਏ। ਮਨਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ। ਸ੍ਰੀ ਰਾਗ ਮਹਲਾ ਤੀਜਾ। ਭਾਵ ਮਨਮੁੱਖਾਂ ਦਾ ਮਨ ਮੈਲਾ ਹੀ ਰਹਿੰਦਾ ਹੈ, ਭਾਵੇਂ ਆਪ ਹੁਦਰੇ ਲੱਖ ਕਰਮ ਕਮਾਉਂਦੇ ਫਿਰਨ। ਮਨਮੁਖਤਾ ਨੂੰ ਛੱਡ ਕੇ ਗੁਰੂ ਦੀ ਸ਼ਰਨ ਰਾਹੀਂ ਗੁਰਮੁਖਤਾ ਧਾਰਨ ਕੀਤੀ ਜਾਵੇ ਤਾਂ ਮਨ ਨਿਰਮਲ ਹੁੰਦਾ ਹੈ। ਆਪ ਹੁਦਰੇ ਮਨਮੁਖ ਪੁਰਸ਼ ਭਾਵੇਂ ਕਿਤਨੇ ਵੀ ਹੰਬ ਥੱਕਣ ਅਤੇ ਹਰ ਹਰ ਕਰ ਥੱਕਣ, ਪਰ ਇਸ ਬਿਧ ਉਹਨਾਂ ਦੀ ਮੈਲ ਧੋਤੀ ਨਹੀਂ ਜਾ ਸਕਦੀ। ਗੁਰ ਸ਼ਰਨ ਆਵਣ ਤਾਂ ਨਿਰਮਲ ਹੋਵਣ। ਗੁਰੂ ਦੁਆਰਿਓਂ ਗੁਰ ਦੀਖਿਆ ਪ੍ਰਾਪਤ ਕਰਕੇ ਨਾਮ ਜਪਣਾ ਥਾਂ ਪੈਂਦਾ ਹੈ। ਨਿਗੁਰੇ ਮਨਮੁਖ ਦਾ ਆਪ ਹੁਦਰਾ ਨਾਮ ਜਪਣਾ ਕੱਖ ਵੀ ਫਲਦਾਇਕ ਨਹੀਂ। ਮਨਮੁਖਤਾ ਦੀ ਮੈਲ ਵਾਲਿਆਂ ਮਨਮੁੱਖਾਂ ਦੇ ਮਨ ਸਦਾ ਹੀ ਮਲੀਨ ਰਹਿੰਦੇ ਹਨ। ਉਹਨਾਂ ਤੋਂ ਭਗਤੀ ਹੋ ਹੀ ਨਹੀਂ ਸਕਦੀ। ਨਾ ਹੀ ਮਨਮੁੱਖਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪ੍ਰਾਪਤੀ ਕਿੱਥੋਂ ਹੋਵੇ ਅਤੇ ਕਿਵੇਂ ਹੋਵੇ? ਉਹ ਤਾਂ ਗੁਰੂ ਦੀ ਸ਼ਰਨ ਹੀ ਨਹੀਂ ਆਉਂਦੇ। ਨਿਗੁਰਿਓਂ ਸਗੁਰੇ ਨਹੀਂ ਬਣਦੇ। ਨਿਗੁਰੇ ਮਨਮੁਖ ਨੂੰ ਨਾਮ ਉੱਕਾ ਹੀ ਪ੍ਰਾਪਤ ਨਹੀਂ ਹੋ ਸਕਦਾ। ਮਨ ਉਕਤ ਆਪ ਹੁਦਰਾ ਨਾਮ ਜਪਿਆ ਫਲੀਭੂਤ ਹੀ ਨਹੀਂ ਹੁੰਦਾ। ਤਾਂ ਤੇ ਮਨਮੁਖ ਮੈਲੇ ਹੀ ਰਹਿੰਦੇ ਹਨ ਸਾਰੀ ਉਮਰ ਅਤੇ ਮਨਮੁਖਤਾ ਦੀ ਮੈਲ ਲੈ ਕੇ ਹੀ ਮਰ ਜਾਂਦੇ ਹਨ ਅਤੇ ਆਪਣੀ ਪਤ ਪ੍ਰਤੀਤ ਗਵਾ ਕੇ ਹੀ ਚਲੇ ਜਾਂਦੇ ਹਨ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ। ਬਿਨ ਸ਼ਬਦੈ ਜਗ ਦੁਖੀਆ ਫਿਰੈ ਮਨਮੁਖਾਂ ਨੂੰ ਗਈ ਖਾਏ। ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ। ਮਾਇਆ ਭੂਲੇ ਸਿਧ ਫਿਰੈ ਸਮਾਧ ਨ ਲੱਗੈ ਸੁਭਾਏ। ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਪਟਾਏ। ਬਿਨ ਗੁਰ ਮੁਕਤ ਨ ਪਾਈਐ ਨਾ ਦੁਬਿਧਾ ਮਾਇਆ ਜਾਏ। ਮਾਇਆ ਕਿਸਨੂੰ ਆਖੀਐ ਕਿਆ ਮਾਇਆ ਕਰਮ ਕਮਾਏ। ਦੁਖ ਸੁਖ ਇਹ ਜਿਉ ਬੱਧ ਹੈ ਹਉਮੈ ਕਰਮ ਕਮਾਏ। ਬਿਨ ਸ਼ਬਦੈ ਭਰਮ ਨ ਚੂਕਈ ਨਾ ਵਿੱਚੋਂ ਹਉਮੈ ਜਾਏ। ਭਾਵ ਮਾਇਆ ਮੋਹ ਚੁਕਾਇਆ ਜਾ ਸਕਦਾ ਹੈ ਤਾਂ ਗੁਰਮਤਿ ਦੁਆਰਾ ਹੀ ਚੁਕਾਇਆ ਜਾ ਸਕਦਾ ਹੈ। ਗੁਰਮਤੀ ਤਾਂ ਸੁਖੈਨ ਅਤੇ ਸਹਿਜੇ ਹੀ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ। ਇਸ ਮੋਹ ਮਾਇਆ ਦੇ ਦੂਰ ਕਰਨ ਦਾ ਦਾਰੂ ਗੁਰ ਸ਼ਬਦ ਹੈ, ਜੋ ਕੇਵਲ ਗੁਰਮਤੀ ਗੁਰ ਸ਼ਰਣਾਈ ਆਇਆਂ ਹੀ ਪ੍ਰਾਪਤ ਹੁੰਦਾ ਹੈ। ਗੁਰ ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਜਗਤ ਦੁਖੀਆ ਹੋਇਆ ਪਿਆ ਫਿਰਦਾ ਹੈ। ਮਾਇਆ ਡਾਇਣ ਦਾ ਦੁਖੀਆ ਕੀਤਾ ਹੋਇਆ ਹੈ ਸਾਰਾ ਜੱਗ, ਕਿਉਂਕਿ ਸਾਰਾ ਜੱਗ ਮਨਮੁੱਖਾਂ ਦਾ ਹੀ ਸਮੂਹ ਹੈ। ਮਨਮੁੱਖਾਂ ਨੂੰ ਇਹ ਮਾਇਆ ਖਾ ਜਾਂਦੀ ਹੈ ਡਾਇਣ ਬਣ ਕੇ। ਮਨਮੁੱਖਾਂ ਨੂੰ ਇਹ ਮਾਇਆ ਨਾਮ ਦੇ ਨੇੜੇ ਨਹੀਂ ਢੁਕਣ ਦਿੰਦੀ ਅਤੇ ਨਾਮ ਨਾਲ ਜਗ ਸੁਖੀਆ ਹੁੰਦਾ ਹੈ। ਨਾਮ ਨੂੰ ਲੱਗੇ ਤਾਂ ਸੁਖੀਆ ਹੋਵੇ। ਗੁਰ ਦੀਖਿਆ ਸ਼ਬਦ ਗੁਰਮੰਤਰ ਦੁਆਰਾ ਹੀ ਨਾਮ ਧਿਆਇਆ ਜਾ ਸਕਦਾ ਹੈ ਅਤੇ ਸ਼ਬਦ ਦੁਆਰਾ ਹੀ ਸੱਚੇ ਵਾਹਿਗੁਰੂ ਵਿੱਚ ਸਮਾਈ ਹੁੰਦੀ ਹੈ। ਇਸ ਸਮਾਈ ਵਿੱਚ ਹੀ ਵਾਹਿਗੁਰੂ ਦੇ ਸਰੂਪ ਵਿੱਚ ਸਮਾਉਣ ਕਰਕੇ ਹੀ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਾਮ ਤੋਂ ਸਖਣੇ ਬੜੇ ਬੜੇ ਰਿੱਧੀਆਂ ਸਿੱਧੀਆਂ ਵਾਲੇ ਸਿੱਧ ਮਾਇਆ ਦੇ ਭੁਲਾਏ ਪਏ ਭੁੱਲੇ ਫਿਰਦੇ ਹਨ। ਤਿਨਾਂ ਦੀ ਸਮਾਧ ਹੀ ਨਹੀਂ ਲੱਗਣੀ ਪਾਉਂਦੀ ਅਸਥਿਰਤਾ ਸਹਿਤ। ਇਹ ਮਾਇਆ ਸਿੱਧਾਂ ਦੀ ਸਮਾਧ ਨਹੀਂ ਲੱਗਣ ਦਿੰਦੀ। ਇਹ ਮਾਇਆ ਤਿੰਨਾਂ ਲੋਕਾਂ ਵਿੱਚ ਵਿਆਪ ਰਹੀ ਹੈ ਅਤੇ ਸਾਰਿਆਂ ਨੂੰ ਸਣੇ ਸਿੱਧਾਂ ਜੋਗੀਆਂ ਦੇ ਚਮਚਿੱਚੜ ਬਣ ਕੇ ਚਿਮੜੀ ਹੋਈ ਹੈ, ਛੱਡਦੀ ਨਹੀਂ। ਇਸ ਮਾਇਆ ਦੀ ਚਮੇੜ ਦੁਬਿਧਾ ਭਈ ਦੁਫੇੜ ਸਤਿਗੁਰੂ ਗੁਰ ਸ਼ਬਦ ਦੀ ਸਹਾਇਤਾ ਬਿਨਾਂ ਉਧੇੜੀ ਨਹੀਂ ਜਾਂਦੀ। ਦੁਬਿਧਾ ਅਤੇ ਮਾਇਆ ਦੀ ਦੁਫੇੜ ਦੂਰ ਹੋਈ ਬਿਨਾਂ ਮੁਕਤੀ ਨਹੀਂ ਪਾਈ ਜਾਂਦੀ। ਸਤਿਗੁਰੂ ਹੀ ਇਸ ਯੁੱਗ ਵਿੱਚ ਮੁਕਤੀ ਦਾ ਦਾਤਾ ਹੈ। ਸਤਿਗੁਰੂ ਹੀ ਮਾਇਆ ਮੋਹ ਮਈ ਦੁਬਿਧਾ ਦੂਰ ਕਰਨ ਨੂੰ ਸਮਰੱਥ ਹੈ। ਮਾਇਆ ਕਿਸ ਨੂੰ ਆਖੀਦਾ ਹੈ ਅਤੇ ਮਾਇਆ ਕੀ ਕੀ ਕਰਮ ਕਮਾਉਂਦੀ ਹੈ ਅਤੇ ਮਾਇਆ ਫਾਥੇ ਜੀਵ ਕੀ ਕਰਮ ਕਮਾਉਂਦੇ ਹਨ? ਇਹ ਜੀਵ ਮਾਇਆ ਦੇ ਦੁੱਖਾਂ ਅਤੇ ਮਾਇਆ ਦੇ ਸੁੱਖਾਂ ਦਾ ਹੀ ਬੰਧੂਆ ਹੋ ਰਿਹਾ ਹੈ, ਸ਼ਿਕਾਰ ਹੋ ਰਿਹਾ ਹੈ ਅਤੇ ਨਾਮ ਤੋਂ ਕੁੱਥਾ ਹੋਇਆ ਮਾਇਆ ਦੀ ਅਧੀਨਤਾ ਵਿੱਚ ਹਉਮੈ ਬੰਧਨਾਂ ਦੇ ਕਰਮ ਹੀ ਕਮਾਏ ਰਿਹਾ ਹੈ।
ਗੁਰ ਸ਼ਬਦ ਤੋਂ ਬਿਨਾਂ ਨਾ ਮਾਇਆ ਦਾ ਭਰਮ ਚੁਕਾਇਆ ਜਾ ਸਕਦਾ ਹੈ, ਨਾ ਹੀ ਹਉਮੈ ਵਿੱਚੋਂ ਜਾਂਦੀ ਹੈ। ਬਸ ਸਾਰਾ ਜੱਗ ਹਉਮੈ ਦਾ ਬੱਧਾ ਹੋਇਆ ਮਨਮੁੱਖਾਂ ਵਾਲੇ ਕਰਮ ਹੀ ਕਰੀ ਤੁਰਿਆ ਜਾਂਦਾ ਹੈ। ਜੁਗਾਂ ਤੋਂ ਅਤੇ ਜੁਗਾਂ ਪਰਯੰਤ ਮਨਮੁੱਖਾਂ ਦੇ ਕਰਮ ਹੀ ਕਰਦਾ ਤੁਰਿਆ ਜਾਏਗਾ, ਜਦ ਤੀਕ ਇਸ ਨੂੰ ਗੁਰ ਸ਼ਬਦ ਦੀ ਪ੍ਰਾਪਤੀ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਨਹੀਂ ਹੁੰਦੀ। ਕੈਸੀ ਭਿਆਨਕ ਅਤੇ ਤਰਸਯੋਗ ਦਸ਼ਾ ਹੈ ਇਸ ਮਨਮੁਖੀ ਸੰਸਾਰ ਦੀ, ਜੋ ਮਨਮੁਖੀ ਕਰਮਾਂ ਦਾ ਸ਼ਿਕਾਰ ਹੋ ਰਿਹਾ ਹੈ। ਮਨਮੁਖ ਪ੍ਰਾਣੀ ਆਪਣੇ ਮਨ ਦੇ ਮਗਰ ਲੱਗ ਕੇ ਮਨਮੁਖ ਕਰਮ ਕਰਦਾ ਹੈ ਅਤੇ ਸੱਟਾਂ ਸਹਿੰਦਾ ਹੈ। ਮਨਮੁਖਤਾ ਦੇ ਆਪੋ ਧਾਪੀ ਕਰਮ ਸਭ ਰਸਾਤਲ ਨੂੰ ਲੈ ਜਾਂਦੇ ਹਨ। ਯਥਾ ਗੁਰਵਾਕ, ਇਹ ਮਨ ਚੰਚਲ ਵਸ ਨਾ ਆਵੈ, ਦੁਬਿਧਾ ਲਾਗੈ ਦਹਿ ਦਸਤਾਵੈ, ਬਿਖ ਕਾ ਕੀੜਾ ਬਿਖ ਮੈਂ ਰਾਤਾ, ਬਿਖ ਹੀ ਮਾਹ ਪਚਾਵਣਿਆ। ਹਉ ਹਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੈ ਕਿਛ ਥਾਏ ਨਾ ਪਾਏ, ਤੁਝ ਤੇ ਬਾਹਰ ਕਿਛੂ ਨਾ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ। ਉਪਜੈ ਪਚੈ ਹਰ ਬੂਝੈ ਨਾਹੀਂ, ਅੰਦਨ ਦੂਜੈ ਭਾਏ ਫਿਰਾਹੀਂ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ। ਪਿਰ ਪਰਦੇਸ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨ ਸ਼ੋਭਾ ਪਲਤ ਨ ਢੋਈ, ਬਿਰਥਾ ਜਨਮ ਗਵਾਵਣਿਆ। ਮਾਝ ਮਹਲਾ ਤੀਜਾ। ਵਿਆਖਿਆ। ਮਨਮੁੱਖਾਂ ਦਾ ਚੰਚਲ ਮਨ ਮਨਮੁੱਖਾਂ ਦੇ ਵਸ ਨਹੀਂ ਆਉਂਦਾ। ਇਹ ਮਨ ਆਪਣੀ ਖਾਸੀਅਤ ਕਰ ਚੰਚਲ ਹੈ, ਪਰ ਮਨਮੁੱਖਾਂ ਦੇ ਮਨ ਦੀ ਚੰਚਲਤਾ ਹੋਰ ਵੀ ਬੇਵਸੀ ਹੋ ਜਾਂਦੀ ਹੈ, ਕਿਉਂਕਿ ਉਹ ਮਨਮੁਖ ਪੁਰਸ਼ ਬੇਮੁਹਾਰੇ ਹੋ ਕੇ ਆਪਣੇ ਮਨ ਦੇ ਮਗਰ ਲੱਗ ਕੇ ਮਨ ਆਏ ਆਪ ਹੁਦਰੇ ਕਰਮ ਕਮਾਉਂਦੇ ਹਨ। ਜਿਉਂ-ਜਿਉਂ ਅਤੇ ਜਿੱਧਰ-ਜਿੱਧਰ ਉਹਨਾਂ ਨੂੰ ਮਨ ਨਚਾਉਂਦਾ ਹੈ, ਤਿਉਂ-ਤਿਉਂ ਅਤੇ ਤਿੱਧਰ-ਤਿੱਧਰ ਮਨਮੁਖ ਬਪੜੇ ਨੱਚਦੇ ਫਿਰਦੇ ਹਨ। ਮਨ ਦੀ ਦੁਬਿਧਾ ਮਨ ਨੂੰ ਦਸੋ ਦਿਸ਼ਾ ਨਸਾਈ ਫਿਰਦੀ ਹੈ। ਮਨਮੁਖ ਜੰਤ ਵਿਚਾਰਾ ਮਨ ਦੀ ਦੁਬਿਧਾ ਦਾ ਹੀ ਗ੍ਰਸਿਆ ਹੋਇਆ ਦਹਿ ਦਿਸ ਧਾਮਦਾ ਫਿਰਦਾ ਹੈ। ਬਹੁਤਾ ਕੀ ਨਿਰਾ ਹੀ ਬਿਖਿਆ ਪਿੱਛੇ ਧਾਮਦਾ ਹੈ। ਇਉਂ ਬਿਖਿਆ ਪਿੱਛੇ ਧਾਏ ਕੇ ਬਿਖ ਕਾ ਕੀੜਾ ਹੀ ਬਣ ਰਹਿੰਦਾ ਹੈ। ਸਾਰੀ ਉਮਰ ਬਿਖ ਰੂਪ ਮਾਇਆ ਵਿੱਚ ਖਪਿਆ ਰਹਿੰਦਾ ਹੈ ਅਤੇ ਇਉਂ ਬਿਖਿਆ ਵਿਖੇ ਰਚ ਪਚ ਕੇ ਮਰ ਜਾਂਦਾ ਹੈ। ਮਨਮੁਖ ਮਾਇਆ ਦਾ ਕੀੜਾ ਹਉਮੈ ਵਿੱਚ ਬਫਾਏ ਕੇ ਹਉਮੈ ਦੇ ਹੀ ਕਰਮ ਕਰਦਾ ਹੈ ਅਤੇ ਹਉ ਕਰਦਾ ਹੀ ਬਫਾ ਕੇ ਮਰਦਾ ਰਹਿੰਦਾ ਹੈ। ਜੋ ਕਰਮ ਕਰਦਾ ਹੈ ਉਸ ਵਿੱਚ ਆਪਣਾ ਆਪ ਹੀ ਜਣਾਉਂਦਾ ਹੈ ਅਤੇ ਜਿਤਨੇ ਵੀ ਹਉਮੈ ਬਸ ਹੋ ਕੇ ਬਹੁਤ ਕਰਮ ਕਰਦਾ ਹੈ, ਉਤਨੇ ਹੀ ਉਸਦੇ ਕੀਤੇ ਕਰਮ ਥਾਂ ਨਹੀਂ ਪੈਂਦੇ। ਇਉਂ ਭਾਵੇਂ ਕਿੰਨੇ ਕਰਮ ਕਰੇ ਕਬੂਲ ਨਹੀਂ ਪੈਂਦੇ। ਆਪਣਾ ਕੀਤਾ ਕਛੂ ਨਹੀਂ ਹੁੰਦਾ, ਨਾ ਹੀ ਕੁਝ ਫਲ ਲਿਆਉਂਦਾ ਹੈ। ਹੇ ਵਾਹਿਗੁਰੂ, ਤੈਥੋਂ ਬਾਹਰੇ ਹੋਏ ਫਿਰਦੇ ਮਨਮੁਖ ਪਾਸੋਂ ਕੁਝ ਨਹੀਂ ਹੁੰਦਾ। ਤੂੰ ਇਸ ਨੂੰ ਬਖਸ਼ੇ ਤਾਂ ਇਹ ਗੁਰ ਸ਼ਬਦ ਦੀਖਿਆ ਦਾ ਪਾਤਰ ਬਣੇ ਤੇ ਸੁਹਾਵਣਾ ਹੋ ਜਾਵੇ। ਮਨਮੁਖ ਪ੍ਰਾਣੀ ਹਉਮੈ ਦੇ ਕਰਮ ਕਰ ਕਰ ਕਦੇ ਬਫਾਉਂਦਾ ਹੈ, ਕਦੇ ਰਿੱਝਦਾ ਹੈ ਹਉਮੈ ਦੀ ਅਗਨੀ ਵਿੱਚ, ਕਦੇ ਲੁਝਦਾ ਹੈ। ਕਰਨਹਾਰ ਪਰਮਾਤਮਾ ਨੂੰ ਨਹੀਂ ਬੁਝਦਾ। ਮਨਮੁਖ ਜੋ ਹੋਇਆ, ਦਿਨ ਰਾਤ ਦੂਜੇ ਭਾਏ ਵਿੱਚ ਹਉਮੈ ਦਾ ਫਾਥਾ ਹੋਇਆ ਦੂਜੇ ਭਾਏ ਦੇ ਕਰਮ ਕਰਦਾ ਫਿਰਦਾ ਹੈ। ਇਉਂ ਸਾਰਾ ਜਨਮ ਹੀ ਮਨਮੁਖ ਦਾ ਬਿਰਥਾ ਅਤੇ ਅਜਾਈਂ ਚਲਿਆ ਜਾਂਦਾ ਹੈ, ਮੁੱਕ ਚੁੱਕ ਜਾਂਦਾ ਹੈ। ਅੰਤੀ ਅਵਸਰ ਅੱਗੇ ਗਿਆ ਉਸ ਨੂੰ ਪਛਤਾਉਣਾ ਪਵੇਗਾ ਜਦੋਂ ਨਰਕ ਵਿੱਚ ਗੋਤੇ ਖਾਣ ਲੱਗੇਗਾ। ਜਿਵੇਂ ਪਿਰ ਤੋਂ ਕੁੱਥੀ ਪਿਰ ਤੋਂ ਵਿਛੜੀ ਦੂਰ ਬੈਠੀ ਧਨ ਇਸਤਰੀ ਬਿਰਥੇ ਸਿੰਗਾਰ ਬਣਾਉਂਦੀ ਹੈ, ਤਿਵੇਂ ਮਨਮੁਖ ਪੁਰਸ਼ ਬੇਥੋਹਾ ਹੋ ਕੇ ਅੰਨ੍ਹੇਵਾਹ ਅੰਧ ਅਗਿਆਨਤਾ ਦੇ ਕਰਮ ਕਮਾਈ ਜਾਂਦਾ ਹੈ। ਜਿਵੇਂ ਅੰਧ ਅਗਿਆਨਤਾ ਦੇ ਕਰਮ ਕੀਤਿਆਂ ਮਨਮੁਖ ਨੂੰ ਨਾ ਇਸ ਲੋਕ ਵਿਖੇ ਸ਼ੋਭਾ ਮਿਲਦੀ ਹੈ, ਨਾ ਪਰਲੋਕ ਵਿਖੇ ਢੋਈ ਮਿਲਦੀ ਹੈ। ਬਸ ਬਿਰਥਾ ਹੀ ਜਨਮ ਗਵਾ ਕੇ ਮਨਮੁਖ ਨੇ ਚਲਿਆ ਜਾਣਾ ਹੈ। ਇਹ ਮਨਮੁਖੀ ਕਰਮਾਂ ਦੇ ਕਰਨ ਦਾ ਹਸ਼ਰ ਹੋਣਾ ਹੈ। ਮਨਮੁਖ ਪੜ੍ਹੈ ਪੰਡਿਤ ਕਹਾਵੈ, ਦੂਜੈ ਭਾਏ ਮਹਾਂ ਦੁਖ ਪਾਵੈ, ਬਿਖਿਆ ਮਾਤੇ ਕਿਛ ਸੂਝੈ ਨਾਹੀਂ, ਫਿਰ ਜੂਨੀ ਆਵਣਿਆ। ਮਾਝ ਮਹਲਾ ਤੀਜਾ। ਉੱਪਰ ਦੱਸਿਆ ਹਸ਼ਰ ਹੀ ਦੂਜੇ ਭਾਏ ਦੀਆਂ ਪੜ੍ਹਾਈਆਂ ਪੜ੍ਹਨ ਵਾਲਿਆਂ ਦਾ ਹੁੰਦਾ ਹੈ, ਜੋ ਮਹਿਜ਼ ਮਨਮੁਖਤਾ ਦੇ ਅਧੀਨ ਹੋ ਕੇ ਮਾਇਆ ਕਾਰਨ ਪੜ੍ਹਦੇ ਹਨ, ਸੋ ਨਿਰੇ ਮਨਮੁਖ ਹਨ। ਚਾਹੇ ਆਪਣੇ ਆਪ ਨੂੰ ਸਭਾ ਜੀਤ ਪੰਡਿਤ ਕਹਾ ਲੈਣ, ਤਿਨਾਂ ਨੇ ਇਹ ਦੂਜੇ ਭਾਏ ਦੀਆਂ ਪੜ੍ਹਾਈਆਂ ਪੜ੍ਹ ਮਹਿਜ਼ ਹਉਮੈ ਦਾ ਲੱਦ ਹੀ ਲੱਦਿਆ ਹੈ ਅਤੇ ਮਨਮੁਖਾਂ ਨੇ ਹੋਰ ਮਨਮੁਖਤਾ ਵਿਹਾਜੀ ਹੈ। ਤਤ ਪੰਡਤਾਈ
ਉਹਨਾਂ ਦੇ ਨਿਕਟ ਨਹੀਂ ਆਈ। ਐਵੇਂ ਫੋਕੇ ਦਿਖਾਵੇ ਦੇ ਹਉਮੈ ਬਫਾਏ ਦੇ ਹੀ ਪੰਡਿਤ ਆਪਣੇ ਆਪ ਨੂੰ ਕਹਾਉਂਦੇ ਹਨ। ਵਾਸਤਵ ਵਿੱਚ ਇਹ ਮਹਾ ਅਗਿਆਨੀ ਹਨ ਅਤੇ ਮਹਾ ਮੂਰਖ ਹਨ। ਦੂਜੇ ਭਾਏ ਰਚ ਪਚ ਕੇ ਮਹਾ ਬਿਕਟ ਦੁੱਖ ਪਾਉਂਦੇ ਹਨ। ਉਹਨਾਂ ਵਿਖਿਆ ਮਾਤਿਆਂ ਨੂੰ ਕੁਝ ਸੁਝਦਾ ਨਹੀਂ ਕਿ ਉਹਨਾਂ ਦੇ ਮਨਮੁਖੀ ਕਰਮਾਂ ਦਾ ਹਸ਼ਰ ਕੀ ਹੋਵੇਗਾ। ਬਸ ਵਿਖਿਆ ਦੇ ਮੱਤੇ ਹੋਏ ਅੰਨ੍ਹੇਵਾਹ ਵਿਖਿਆ ਰੱਤੇ ਕਰਮ ਹੀ ਕਰੀ ਜਾਂਦੇ ਹਨ। ਜਿਨ੍ਹਾਂ ਵਿਖਿਆ ਮੱਤੇ ਦੂਜੇ ਭਾਏ ਦੇ ਕਰਮਾਂ ਦੇ ਕਰਨ ਕਰ ਉਹਨਾਂ ਨੂੰ ਮੁੜ-ਮੁੜ ਨਾਨਾ ਪ੍ਰਕਾਰ ਦੀਆਂ ਜੂਨੀਆਂ ਵਿੱਚ ਪੈਣਾ ਪਊਗਾ। ਪਈੜੈ ਤਨ ਭਰਮ ਭੁਲਾਣੀ, ਦੂਜੈ ਲਾਗੀ ਫਿਰ ਪੱਛੋ ਤਾਣੀ, ਹਲਤ ਪਲਤ ਦੋਵੇਂ ਗਾਵਾਏ, ਸੁਪਨੈ ਸੁਖ ਨਾ ਪਾਵਣਿਆ। ਸਤਿਗੁਰ ਨਾ ਸੇਵੈ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਮਨਮੁਖ ਨਾਮ ਚਿਤ ਨਾ ਆਵੈ, ਬਿਨ ਨਾਮੈ ਬਹੁ ਦੁਖ ਪਾਵਣਿਆ। ਮਾਝ ਮਹਲਾ ਤੀਜਾ। ਇਸ ਲੋਕ ਵਿਖੇ ਰਹਿ ਕੇ ਜਨਮ ਧਾਰ ਕੇ ਜਗਿਆਸੂ ਇਸਤਰੀ ਭਰਮ ਦੀ ਭੁਲਾਈ ਹੋਈ ਹੀ ਫਿਰਦੀ ਰਹੀ ਅਤੇ ਦੂਜੇ ਭਾਏ ਵਿੱਚ ਲੱਗੀ ਮਨਮੁੱਖਾਂ ਦੇ ਕਰਮ ਕਮਾਉਂਦੀ ਰਹੀ, ਜਿਸ ਦੇ ਕਾਰਨ ਉਸ ਨੂੰ ਅੰਤ ਪਛਤਾਉਣਾ ਪਿਆ। ਦੂਜੇ ਭਾਏ ਦੇ ਮਨਮੁਖਤਾ ਵਾਲੇ ਕਰਮਾਂ ਵਿੱਚ ਖਚਿਤ ਹੋ ਕੇ ਉਸਨੇ ਆਪਣੇ ਲੋਕ ਪਰਲੋਕ ਦੋਵੇਂ ਹੀ ਗਵਾ ਲਏ। ਸੁਪਨ ਸਾਰਖਾ ਸੁਖ ਵੀ ਉਹਨਾਂ ਨੂੰ ਕਿਤੇ ਨਾ ਮਿਲਿਆ। ਜੋ ਮੂੜਾ ਮਨਮੁਖ ਪ੍ਰਾਣੀ ਸਾਰੀ ਉਮਰ ਮਨਮੁਖਤਾ ਵਿੱਚ ਹੀ ਰਿਹਾ, ਕਦੇ ਗੁਰਮੁਖ ਨਾ ਬਣਿਆ, ਜਿਸਨੇ ਸਤਿਗੁਰੂ ਦਾ ਸਿੱਖ ਬਣ ਕੇ ਸੇਵਾ ਭਗਤ ਕਮਾਈ ਨਹੀਂ ਕੀਤੀ, ਸੋ ਇਸ ਦੁਨੀਆ ਤੇ ਕਾਸ ਨੂੰ ਆਇਆ, ਕਾਹੇ ਨੂੰ ਆਇਆ ਅਤੇ ਮਨਮੁੱਖਾ ਜਨਮ ਧਾਰ ਕੇ ਉਸਨੇ ਕੀ ਲਾਹਾ ਖਟਿਆ? ਕੁਛ ਵੀ ਨਹੀਂ। ਉਸ ਮਨਮੁਖ ਦਾ ਜਗ ਤੇ ਜੀਵਣਾ ਤ੍ਰਿਗ ਹੈ, ਜਿਸਨੇ ਮਨਮੁਖ ਕਰਮ ਕਰਦਿਆਂ ਬਿਰਥਾ ਜਨਮ ਹੀ ਗਵਾ ਲਿਆ। ਸਾਰਾ ਹੀਰਾ ਜਨਮ ਐਵੇਂ ਹੀ ਖੋ ਲਿਆ। ਕਦੇ ਵੀ ਛਿਨ ਮਾਤਰ ਵੀ ਮਨਮੁਖ ਬੰਦੇ ਨੂੰ ਨਾਮ ਚਿਤ ਨਹੀਂ ਆਇਆ। ਉਸ ਨਾਮ ਤੋਂ ਗੁਮਰੁੱਠ ਮਨਮੁਖ ਬੰਦੇ ਨੂੰ ਅੱਗੇ ਜਾ ਕੇ ਬਾਹਲੇ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਦੁੱਖਾਂ ਦੇ ਪਹਾੜ ਸਹਿਣੇ ਪੈਣਗੇ। ਮਨਮੁਖ ਕਰਮ ਕਰੇ ਅਹੰਕਾਰੀ, ਜੂਐ ਜਨਮ ਸਭ ਬਾਜੀ ਹਾਰੀ। ਅੰਤਰ ਲੋਭ ਮਹਾ ਗੁਬਾਰਾ, ਫਿਰ ਆਵਣ ਜਾਵਣਿਆ। ਮਾਝ ਮਹਲਾ ਚੌਥਾ। ਹੰਕਾਰੀ ਪੁਰਸ਼ ਜਦ ਕਰਦਾ ਹੈ, ਮਨਮੁਖਤਾ ਵਾਲੇ ਕਰਮ ਹੀ ਕਰਦਾ ਹੈ ਅਤੇ ਸਾਰੀ ਉਮਰ ਅਜਿਹੇ ਮਨਮੁਖਤਾ ਵਾਲੇ ਕਰਮ ਕਰਦਾ ਹੀ ਗੁਜ਼ਾਰ ਦਿੰਦਾ ਹੈ। ਉਸਨੇ ਸਾਰਾ ਜਨਮ ਜੂਏ ਵਿੱਚ ਹੀ ਬਰਬਾਦ ਕਰ ਦਿੱਤਾ ਅਤੇ ਉਮਰ ਦੀ ਸਾਰੀ ਬਾਜ਼ੀ ਐਵੇਂ ਅਜਾਈਂ ਹੀ ਹਾਰ ਦਿੱਤੀ। ਉਸ ਦਾ ਅੰਦਰਲਾ ਲੋਭ ਦੇ ਮਹਾ ਗੁਬਾਰ ਵਿੱਚ ਹੀ ਅਟਿਆ ਗਰਬਟਿਆ ਰਿਹਾ। ਬਸ ਮੁੜ-ਮੁੜ ਲੱਖ 84 ਜੂਨੀਆਂ ਵਿੱਚ ਪੈਣ ਦੇ ਦੁੱਖ ਸਹਿਣੇ ਪੜਨਗੇ। ਜਿਨੀ ਨਾਮ ਵਿਸਾਰਿਆ ਦੂਜੈ ਭਰਮ ਭੁਲਾਈ, ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਛਾਈ। ਬਿਨ ਨਾਮੈ ਕਿਉਂ ਛੂਟੀਐ, ਜੇ ਜਾਣੈ ਕੋਈ, ਗੁਰਮੁਖ ਹੋਏ ਤਾਂ ਛੂਟੀਐ, ਮਨਮੁਖ ਪਤ ਕੋਈ। ਰਹਾਓ। ਆਸਾ ਮਹਲਾ ਪਹਿਲਾ। ਜਿਨ੍ਹਾਂ ਮਨਮੁੱਖਾਂ ਨੇ ਦੂਜੇ ਭਾਏ ਦੇ ਕਰਮਾਂ ਵਿੱਚ ਭਰਮ ਭੁਲਾਏ ਕੇ ਨਾਮ ਨੂੰ ਵਿਸਾਰ ਦਿੱਤਾ, ਉਹ ਮੂਲ ਨੂੰ ਛੱਡ ਕੇ ਡਾਲੀ ਨੂੰ ਜਾ ਲੱਗੇ। ਤਤ ਕਰਮ ਨੂੰ ਛੱਡ ਕੇ ਭਰਮ ਕਰਮ ਵਿੱਚ ਲੱਗ ਕੇ ਭੁੱਲ ਗਏ। ਤਿਨਾਂ ਨੂੰ ਛਾਈ ਵੀ ਪ੍ਰਾਪਤ ਨਹੀਂ ਹੋਣੀ। ਨਾਮ ਬਿਨਾਂ ਛੁਟਕਾਰਾ ਨਹੀਂ, ਕਦੇ ਵੀ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਇਹ ਤਤ ਵਿਚਾਰ ਹੈ। ਗੁਰਮੁਖ ਬਣ ਕੇ ਅਤੇ ਗੁਰਮੁਖਾਂ ਵਾਲੇ ਕਰਮ ਕਰਕੇ ਹੀ ਛੁਟਕਾਰਾ ਹੋਣਾ ਹੈ। ਮਨਮੁੱਖਾਂ ਨੇ ਮਨਮੁਖ ਕਰਮ ਕਰਕੇ ਆਪਣੀ ਪੱਤ ਇੱਥੇ ਵੀ ਖੋ ਲਈ, ਅੱਗੇ ਦਰਗਾਹ ਉਹਨਾਂ ਨੂੰ ਢੋਈ ਨਹੀਂ ਮਿਲਣੀ। ਮਹਲਾ ਤੀਜਾ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ। ਕੂੜ ਕਮਾਵੈ ਕੂੜ ਸੰਗ੍ਰਹਿ, ਕੂੜ ਕਰੇ ਆਹਾਰ। ਬਿਖ ਮਾਇਆ ਧਨ ਸੰਚ ਮਰੈ, ਅੰਤੇ ਹੋਏ ਸਭ ਛਾਰ। ਕਰਮ ਧਰਮ ਸੁਚ ਸੰਜਮ ਕਰੈ, ਅੰਤਰ ਲੋਭ ਵਿਕਾਰ। ਨਾਨਕ ਜੇ ਮਨਮੁਖ ਕਮਾਵੈ, ਸੋ ਥਾਏ ਨਾ ਪਵੈ। ਦਰਗਹਿ ਹੋਏ ਖੁਆਰ, ਬਿਹਾਗੜੇ ਕੀ ਵਾਰ। ਮਨਮੁਖ ਪ੍ਰਾਣੀ ਮਾਇਆ ਦੇ ਮੋਹ ਵਿੱਚ ਹਰਦਮ ਮੋਇਆ ਰਹਿੰਦਾ ਹੈ। ਉਸ ਦਾ ਨਾਮ ਨਾਲ ਪਿਆਰ ਨਹੀਂ ਲੱਗਦਾ। ਨਾਮ ਵੱਲ ਉਸ ਦੀ ਰੁਚੀ ਹੀ ਨਹੀਂ ਆਉਂਦੀ। ਨਾਮ ਬਿਨਾਂ ਜੋ ਵਿਵਹਾਰ ਹੈ, ਜੋ ਕੰਮਕਾਰ ਹੈ, ਸੋ ਨਿਰਾ ਕੂੜ ਹੀ ਕੂੜ ਹੈ। ਸੋ ਮਨਮੁਖ ਪੁਰਸ਼ ਆਪਣੇ ਮਨਮੁਖੀ ਕਰਮਾਂ ਦੇ ਨਾਲ, ਆਪਣੇ ਫੇਲਾਂ ਨਾਲ ਹੀ ਕੂੜ ਕਮਾਉਂਦਾ ਹੈ। ਕੂੜ ਦਾ ਧਨ ਹੀ ਇਕੱਠਾ ਕਰਦਾ ਹੈ। ਕੂੜ ਦੀ ਕਮਾਈ ਕਰਕੇ ਕੂੜ ਦਾ ਹੀ ਆਹਾਰ ਕਰਦਾ ਹੈ। ਨਾਮ ਦੀ ਕਮਾਈ ਬਿਨਾਂ ਮਨਮੁਖ ਦੇ ਜਿਹੜੇ ਵੀ ਕਾਰ ਵਿਹਾਰ ਹਨ, ਸਭ ਕੂੜ ਦੇ ਹੀ ਅਡੰਬਰ ਹਨ। ਜਿਨ੍ਹਾਂ ਕੰਮਾਂ ਨੂੰ ਮਨਮੁਖ ਸਾਰੀ ਉਮਰ ਖਪ ਖਪ ਕੇ ਕਰਦਾ ਹੈ, ਉਹ ਸਭ ਕੁੜਾਵੇ ਕੰਮ ਹੀ ਹਨ।
ਬਿਖ ਰੂਪ ਮਾਇਆ ਦੇ ਕੰਮਾਂ ਵਿੱਚ ਹੀ ਮਨਮੁਖ ਖਚਿਤ ਰਹਿੰਦਾ ਹੈ। ਬਿਖ ਮਾਇਆ ਰੂਪੀ ਧਨ ਸੰਚਣਾ, ਇਕੱਠਾ ਕਰਨਾ, ਸਾਰੀ ਉਮਰ ਕੂੜ ਦੀਆਂ ਕਮਾਈਆਂ ਕਰ ਕਰ ਜੋੜਨਾ ਨਿਰਾ ਨਿਰਾਰਥ ਯਤਨ ਹੀ ਹੈ, ਨਿਰੋਲ ਨਿਕੰਮਾ ਕਰਮ ਹੀ ਹੈ। ਕਿਉਂਕਿ ਜਿਸ ਧਨ ਕਾਰਨ ਉਹ ਸਾਰੀ ਉਮਰ ਖਪ ਖਪ ਮਰਦਾ ਰਿਹਾ, ਅੰਤ ਨੂੰ ਉਸ ਧਨ ਨੇ ਛਾਰ ਹੀ ਹੋ ਜਾਣਾ ਹੈ, ਸਾਥ ਨਹੀਂ ਜਾਣਾ। ਸਾਥ ਜਾਣ ਵਾਲਾ ਇੱਕੋ ਧਨ ਨਾਮ ਦਾ ਹੈ, ਸੋ ਤਾਂ ਉਸਨੇ ਸੰਚਿਆ ਨਹੀਂ, ਕਮਾਇਆ ਨਹੀਂ। ਇਸ ਬਿਹੂਣ ਉਸ ਦੀਆਂ ਸਭ ਕਮਾਈਆਂ ਬੇਅਰਥ ਅਤੇ ਫੋਕਟ ਹਨ। ਮਨਮੁਖ ਕਰਮ ਕਰਨ ਹਾਰੇ ਜਿਤਨੇ ਵੀ ਕਰਮ ਧਰਮ ਸੁਚ ਸੰਜਮ ਆਦਿਕ ਕਰਮ ਕਮਾਉਂਦੇ ਹਨ, ਉਹ ਅੰਤਰਲੇ ਲੋਭ ਵਿਕਾਰ ਭਰੇ ਕਮਾਉਂਦੇ ਹਨ। ਇਸ ਕਰਕੇ ਉਹਨਾਂ ਦਾ ਅੰਦਰਲਾ ਲੋਭ ਵਿਕਾਰ ਸਗੋਂ ਹੋਰ ਵੱਧਦਾ ਹੈ। ਤ੍ਰਿਸ਼ਨਾ ਦੀ ਅਗਨੀ ਹੋਰ ਭੜਕਦੀ ਹੈ, ਜਿਉਂ-ਜਿਉਂ ਉਸ ਉੱਤੇ ਵਿਕਾਰ ਕਰਮਾਂ ਦਾ ਬਾਲਣ ਪਾਓ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੋ ਕੁਝ ਵੀ ਮਨਮੁਖ ਪੁਰਸ਼ ਕਮਾਉਂਦਾ ਹੈ, ਜੋ ਮਨਮੁਖਤਾ ਵਾਲੇ ਕਰਮ ਉਹ ਕਰਦਾ ਹੈ, ਸੋ ਕਦੇ ਥਾਂ ਨਹੀਂ ਪੈਂਦੇ, ਲੇਖੇ ਨਹੀਂ ਲੱਗਦੇ, ਕੁਲੇਖੇ ਹੀ ਐਵੇਂ ਅਜਾਈ ਜਾਂਦੇ ਹਨ। ਇਹਨਾਂ ਮਨਮੁਖੀ ਕਰਮਾਂ ਦੇ ਕਰਨ ਕਰ ਉਸ ਨੂੰ ਧੁਰ ਦਰਗਾਹੇ ਜਾ ਕੇ ਖੁਆਰ ਹੋਣਾ ਪੈਂਦਾ ਹੈ। ਮਨਮੁਖੀ ਕਰਮ ਹਨ ਹੀ ਖੁਆਰ ਕਰਨ ਹਾਰੇ, ਇੱਥੇ ਵੀ ਉਹ ਖੁਆਰ ਹੀ ਕਰਦੇ ਹਨ, ਅੱਗੇ ਜਾ ਕੇ ਤਾਂ ਇਸ ਖੁਆਰੀ ਦਾ ਭਾਂਡਾ ਹੀ ਭੱਜ ਜਾਂਦਾ ਹੈ ਅਤੇ ਬੁਰੀ ਤਰ੍ਹਾਂ ਭੱਜਦਾ ਹੈ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਏ, ਤੁਹ ਕੁੱਟੈ ਮਨਮੁਖ ਕਰਮ ਕਰੈ ਭਾਈ, ਪੱਲੇ ਕਿਛੂ ਨਾ ਪਾਏ। ਸੋਰਠ ਮਹਲਾ ਤੀਜਾ ਦੁਤੁਕੇ। ਨਿਗੁਰੇ ਗੁਰੂ ਹੀਣਿਆਂ ਮਨਮੁਖੀਆਂ ਮਨਮੁਖੀ ਕਰਮ ਕਰਨ ਹਾਰਿਆਂ ਮਨਮੁਖਾਂ ਨੂੰ ਦੂਜੇ ਭਾਏ ਵਿੱਚ ਖਚਤ ਰਹਿਣ ਕਰਕੇ ਸੱਚੀ ਪ੍ਰੀਤ ਪਰਮਾਰਥ ਸੰਧੀ ਨਹੀਂ ਉਪਜਦੀ। ਤਾਂ ਤੇ ਮਨਮੁਖੀਏ ਪੁਰਸ਼ ਦੇ ਜਿਤਨੇ ਵੀ ਕਰਮ ਹਨ, ਸਭ ਤੁਖ ਛਿੱਲੜ ਨੂੰ ਹੀ ਕੁੱਟਣ ਵਾਲੇ ਕਰਮ ਹਨ। ਜੈਸੇ ਧਾਨਾਂ ਚੌਲਾਂ ਦੀ ਛਿੱਲ ਨੂੰ ਕੁੱਟਿਆਂ ਕੁਝ ਹਾਸਲ ਨਹੀਂ ਹੁੰਦਾ, ਤਿਵੇਂ ਮਨਮੁਖੀਏ ਪੁਰਸ਼ ਦੇ ਜਿਤਨੇ ਵੀ ਕਰਮ ਹਨ, ਸਭ ਛਿੱਲੜ ਕੁੱਟਣੇ ਫੋਕਟ ਹੀ ਹਨ, ਜਿਨ੍ਹਾਂ ਕਰਮਾਂ ਦੇ ਕੀਤਿਆਂ ਪੱਲੇ ਕੱਖ ਵੀ ਨਹੀਂ ਪੈਂਦਾ। ਸ਼ਲੋਕ ਮਹਲਾ ਤੀਜਾ। ਵਿਣ ਨਾਵੇਂ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ, ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ। ਵਾਰ ਸੋਰਠ। ਇਸ ਜਗਤ ਵਿਖੇ ਸੰਸਾਰੀਆਂ ਨੂੰ ਨਾਮ ਤੋਂ ਬਿਨਾਂ ਹੋਰ ਕਰਮ ਕਮਾਉਣ ਵਿੱਚ ਨਿਤ ਟੋਟਾ ਹੀ ਟੋਟਾ ਹੈ, ਕੁਲਾਹਾ ਹੀ ਕੁਲਾਹਾ ਹੈ। ਸਾਰੇ ਸੰਸਾਰੀ ਪੁਰਸ਼ ਮਨਮੁਖਾਂ ਵਾਲੇ ਕਰਮ ਹੀ ਕਮਾਉਂਦੇ ਹਨ ਅਤੇ ਸਾਰੀ ਉਮਰ ਕਮਾਉਂਦੇ ਹੀ ਮਰ ਜਾਂਦੇ ਹਨ। ਇਹ ਮਨਮੁਖੀਏ ਕਰਮ ਕਰਕੇ ਹਉਮੈ ਦਾ ਅੰਧ ਗੁਬਾਰ ਹੀ ਉਹਨਾਂ ਨੂੰ ਵਿਰਸੇ ਵਿੱਚ ਮਿਲਦਾ ਹੈ। ਸਾਸਤ ਵੇਦ ਪੁਰਾਣ ਪੁਕਾਰੈ, ਧਰਮ ਕਰੋ ਖਟ ਕਰਮ ਦ੍ਰਿੜਈਆ, ਮਨਮੁਖ ਪਾਖੰਡ ਭਰਮ ਵਿਗੂਤੇ, ਲੋਭ ਲਹਿਰ ਨਾਵ ਭਾਰ ਬੁਡਈਆ। ਨਾਮ ਜਪੋ ਨਾਮੇ ਗਤ ਪਾਵੋ, ਸਿਮਰਿਤ ਸ਼ਾਸਤਰ ਨਾਮ ਦ੍ਰਿੜਈਆ, ਹਉਮੈ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਈਆ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵਾਜੈ, ਜਿਤ ਭਾਵੈ ਤਿਤ ਰਾਹ ਚਲਈਆ। ਬਿਲਾਵਲ ਮਹਲਾ ਚੌਥਾ। ਵਿਆਖਿਆ। ਸ਼ਾਸਤਰ ਵੇਦ ਪੁਰਾਣ ਆਦਿ ਆਨਮਤ ਹਿੰਦੂ ਧਰਮ ਦੇ ਪੁਸਤਕ ਇਹ ਸਿੱਖਿਆ ਦਿੰਦੇ ਹਨ ਅਤੇ ਪੁਕਾਰ ਦਿੰਦੇ ਹਨ ਕਿ ਇਹਨਾਂ ਆਨਮਤ ਪੁਸਤਕਾਂ ਦੇ ਲਿਖੇ ਲਿਖਾਏ ਧਰਮ ਅਤੇ ਇਹਨਾਂ ਆਨਮਤ ਪੁਸਤਕਾਂ ਦੇ ਦ੍ਰਿੜਾਏ ਧਰਮ ਦਾ ਤੱਤ ਸਾਰ ਇਹੀ ਹੈ ਕਿ ਖਟ ਕਰਮ ਕਰੋ, ਵੇਦ ਪੜ੍ਹੋ, ਵੇਦ ਪੜ੍ਹਾਵੋ, ਯੱਗ ਕਰੋ, ਯੱਗ ਕਰਾਵੋ, ਦਾਨ ਕਰੋ, ਦਾਨ ਕਰਾਵੋ। ਇਹੀ 6 ਕਰਮ ਇਹਨਾਂ ਪੁਸਤਕਾਂ ਵਿੱਚ ਲਿਖਿਆ ਧਰਮ ਦ੍ਰਿੜਾਉਂਦਾ ਹੈ। ਪਰ ਇਹ ਸਭ ਪਖੰਡ ਕਰਮ ਹਨ ਜੋ ਵੇਦ ਪੁਰਾਣ ਸ਼ਾਸਤਰ ਪੜ੍ਹਨ ਹਾਰੇ ਅਤੇ ਇਹਨਾਂ ਪਰ ਅਮਲ ਕਰਨ ਹਾਰੇ ਕੁਝ ਤਾਂ ਪਹਿਲਾਂ ਹੀ ਮਨਮੁਖ ਹੁੰਦੇ ਹਨ। ਇਹਨਾਂ ਨੂੰ ਪੜ੍ਹ ਕੇ ਪੱਕੇ ਪਖੰਡੀ ਅਤੇ ਹੋਰ ਮਨਮੁਖ ਹੋ ਜਾਂਦੇ ਹਨ। ਪਖੰਡ ਭਰਮ ਵਿੱਚ ਵਿਗੁੱਚ ਕੇ ਲੋਭ ਲਹਿਰ ਵਿੱਚ ਭੁਲਾਏ ਹਲਕਾਏ ਰਹਿੰਦੇ ਹਨ। ਜਿਸ ਲੋਭ ਲਹਿਰ ਦੇ ਭਾਰ ਨਾਲ ਉਹਨਾਂ ਦੇ ਕਰਮ ਧਰਮ ਦੀ ਕਿਸ਼ਤੀ ਮੰਝ ਧਾਰ ਵਿੱਚ ਗੋਤੇ ਖਾ ਕੇ ਡੁੱਬ ਜਾਂਦੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਭਵ ਸਾਗਰ ਤੋਂ ਪਾਰ ਉਤਰਨ ਲਈ ਗੁਰਮਤਿ ਨਾਮ ਦੇ ਜਾਪ ਅਭਿਆਸ ਦੀ ਟੇਕ ਲੈਣੀ ਹੀ ਉਚਿਤ ਹੈ। ਨਾਮ ਦ੍ਰਿੜ ਹੋ ਜਾਵੇ ਤਾਂ ਇਦੋਂ ਵੱਧ ਕੇ ਹੋਰ ਵੇਦ ਸਿਮਰਿਤ ਸ਼ਾਸਤਰ ਕੋਈ ਨਹੀਂ। ਗੁਰਮਤਿ ਅਨੁਸਾਰ ਨਾਮ ਹੀ ਵੇਦ ਹੈ, ਨਾਮ ਹੀ ਸਿਮਰਿਤ ਸ਼ਾਸਤਰ ਹੈ। ਬਸ ਇਹੀ ਇੱਕੋ ਨਾਮ ਹੀ ਜਗਿਆਸੂ ਜਨਾਂ ਦੇ ਹਿਰਦੇ ਵਿੱਚ ਹੋਣਾ ਚਾਹੀਦਾ ਹੈ। ਇਸ ਨਾਮ ਦਾ ਪਰਚਾ ਗੁਰ ਦੀਖਿਆ ਦੁਆਰਾ 5 ਗੁਰਮੁਖ ਪਿਆਰਿਆਂ ਦੇ ਰਾਹੀਂ ਨਾਮ ਦ੍ਰਿੜਾਵਣ ਕਰਕੇ ਪੈਂਦਾ ਹੈ। ਨਾਮ ਦੇ ਇਸ ਗੁਰਮੁਖ ਪਰਚੇ ਪਏ ਤੇ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ।
ਇਹ ਜਗ ਵਰਨ ਰੂਪ ਸਭ ਵਾਹਿਗੁਰੂ ਦਾ ਹੀ ਕੀਤਾ ਸਾਜਿਆ ਹੋਇਆ ਹੈ। ਵਾਹਿਗੁਰੂ ਦੀ ਰਜ਼ਾ ਹੁਕਮ ਅਨੁਸਾਰ ਹੀ ਸਭ ਜੀ ਜੰਤ ਆਹਰਾਂ ਵਿੱਚ ਲੱਗੇ ਹੋਏ ਹਨ। ਜਿਸ ਤੋਂ ਜਿਸ ਕਰਮ ਨੂੰ ਕਰਾਉਣਾ ਰਜ਼ਾਇਤ ਹੁੰਦਾ ਹੈ, ਸੋਈ ਕਰਮ ਤਿਸ ਤੋਂ ਕਰਾਇਆ ਜਾਂਦਾ ਹੈ। ਧੁਰ ਲਿਖੀ ਹੁਕਮੀ ਨੇਤ ਇਹੀ ਹੈ। ਪਾਖੰਡੀਆਂ ਤੋਂ ਪਾਖੰਡ ਕਰਮ ਹੀ ਹੁੰਦੇ ਹਨ, ਮਨਮੁਖਾਂ ਤੋਂ ਮਨਮੁਖੀ ਕਰਮ ਹੁੰਦੇ ਹਨ। ਦੂਜੇ ਇਦੋਂ ਉਲਟ ਕਰਮ ਹੋ ਹੀ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਵਾਹਿਗੁਰੂ ਦੇ ਕੀਤੇ ਜੀ ਜੰਤ ਉਸ ਦੇ ਨਚਾਏ ਹੀ ਨੱਚਦੇ ਹਨ। ਤੰਤ ਡੋਰੀ ਉਸ ਦੇ ਕਰਮ ਵਿਧਾਤੇ ਦੇ ਹੱਥ ਹੈ। ਜਿਸ ਰਾਹ ਮਾਰਗ ਤੇ ਵਾਹਿਗੁਰੂ ਨੇ ਕਿਸੇ ਨੂੰ ਚਲਾਉਣਾ ਮਿੱਥਿਆ ਹੈ, ਤਿਸ ਰਾਹ ਤੇ ਉਹ ਚੱਲਦਾ ਹੈ। ਹੁਕਮ ਰਜ਼ਾ ਦੀ ਖੇਡ ਹੀ ਐਸੀ ਹੈ। ਪੂਰਬਲੇ ਕਰਮਾਂ ਦਾ ਲੇਖਾ ਵਿਚਾਰ ਕੇ ਜੰਤ ਤੋਂ ਕਰਮ ਕਰਾਏ ਜਾਂਦੇ ਹਨ। ਜੋ ਪੂਰਨ ਇਨਸਾਫ ਹੈ, ਸਜ਼ਾਵੀ ਜਜ਼ਾਵੀ ਕਰਮ ਕਰਾਏ ਬਾਝੋਂ ਛੁਟਕਾਰਾ ਹੁੰਦਾ ਹੀ ਨਹੀਂ। ਮਨਮੁਖਾਂ ਨੂੰ ਆਪਣੀ ਕਰਨੀ ਦਾ ਫਲ ਕਰੂਰ ਕਰਮਾਂ ਵਿੱਚ ਹੀ ਭੁਗਤਾਉਂਦਾ ਹੈ। ਛਨਿੱਛਰਵਾਰ ਸੌਣ ਸਾਸਤ ਵਿਚਾਰ, ਹਉਮੈ ਮੇਰਾ ਭਰਮੈ ਸੰਸਾਰ। ਮਨਮੁਖ ਅੰਧਾ ਦੂਜੈ ਭਾਏ, ਜਮਦਰ ਬਾਧਾ ਚੋਟਾਂ ਖਾਏ। ਬਿਲਾਵਲ ਮਹਲਾ ਤੀਜਾ ਵਾਰ 7 ਘਰ 10ਵਾਂ। ਛਨਿੱਛਰਵਾਰ ਸ਼ਗਨ ਸ਼ਾਸਤਰੀ ਵਿਚਾਰ, ਸਭ ਮਨਮੁਖਾਂ ਦਾ ਕਰਮ ਹੈ। ਭਾਵ ਸ਼ਾਸਤਰ ਵਾਚਣਾ ਵਿਚਾਰਨਾ ਕਿ ਕਿਹੜਾ ਕਰਮ ਕਰਨ ਯੋਗ ਹੈ ਅਤੇ ਕਿਹੜਾ ਚੰਗਾ ਕਰਮ ਹੈ, ਅਤੇ ਸਗਨ ਵੇਖਣਾ ਕਿ ਕਿਹੜਾ ਸਮਾਂ ਉਸ ਕਰਮ ਕਰਨ ਲਈ ਉਚਿਤ ਹੈ। ਇਹ ਨਿਰਾ ਭਰਮ ਅਤੇ ਕੂੜਾਵਾ ਹੰਕਾਰ ਹੀ ਹੈ, ਜਿਸ ਵਿੱਚ ਸਾਰਾ ਸੰਸਾਰ ਰੁੜਿਆ ਜਾਂਦਾ ਹੈ। ਬਹੁਤ ਮਨਮੁਖ ਰੁੜਦੇ ਹਨ। ਸੰਸਾਰ ਹੈ ਹੀ ਮਨਮੁਖਾਂ ਦਾ ਭਰਿਆ ਹੋਇਆ। ਅੰਧਾ ਮਨਮੁਖ ਸੰਸਾਰ ਦੂਜੇ ਭਾਏ ਦੇ ਕਰਮ ਹੀ ਕਮਾਉਂਦਾ ਹੈ। ਨਤੀਜਾ ਇਹ ਹੈ ਕਿ ਜਮਦਰ ਬਾਧਾ ਚੋਟਾਂ ਖਾਂਦਾ ਹੈ। ਇਹ ਮਨਮੁਖ ਕਰਮਾਂ ਦਾ ਸਿੱਟਾ ਹੈ। ਮਨਮੁਖਾਂ ਦੇ ਮਨਹਠ ਕਰਮ ਕਮਾਏ ਥਾਂ ਨਹੀਂ ਪੈਂਦੇ। ਯਥਾ ਗੁਰਵਾਕ, ਮਨਹਠ ਕਰਮ ਕਮਾਵਣੇ ਥਾਂ ਨਾ ਕੋਈ ਪਾਏ। ਸ਼ਲੋਕ ਮਹਲਾ ਤੀਜਾ ਬਿਲਾਵਲ ਕੀ ਵਾਰ। ਗੁਰਮੁਖ ਸਾਧ ਸੰਗਤ ਤੋਂ ਬਿਹੂਣਿਆਂ ਮਨਮੁਖਾਂ ਦੇ ਕਰਮ ਕੀਤੇ ਹੋਏ ਨਿਸਫਲ ਹਨ। ਯਥਾ ਗੁਰਵਾਕ। ਸ਼ਲੋਕ ਸਾਧ ਸੰਗਤ ਬਿਨ ਭ੍ਰਮ ਹੋਈ, ਕਰਤੀ ਕਰਮ ਅਨੇਕ। ਕੋਮਲ ਬੰਧਨ ਬਾਧਿਆ, ਨਾਨਕ ਕਰਮੈ ਲੇਖ। ਰਾਮਕਲੀ ਮਹਲਾ ਪੰਜਵਾਂ। ਭਾਵ ਗੁਰੂ ਘਰ ਦੀ ਸਾਧ ਸੰਗਤ ਤੋਂ ਵਿਛੜਿਆ ਹੋਇਆਂ ਬੇਮੁਖੀ ਮਨਮੁਖਾਂ ਦਾ ਇਹ ਹਾਲ ਹੁੰਦਾ ਹੈ। ਗੁਰਮਤ ਦੀ ਗੁਰਮੁਖਤਾ ਵਾਲੀ ਅਗਵਾਈ ਨਾ ਹੋਣ ਕਰਕੇ ਮਨਮੁਖੀ ਮਨੁੱਖ ਮਨ ਉਕਤ ਕਰਮ ਕਾਂਡਾਂ ਵਿੱਚ ਪਿਆ ਹੋਇਆ ਵਾਹਿਗੁਰੂ ਦੀ ਹਜ਼ੂਰੀ ਤੋਂ ਦੂਰ ਭਟਕਦਾ ਭਰਮਦਾ ਫਿਰਦਾ ਹੈ। ਚਾਹੇ ਅਨੇਕਾਂ ਕਰਮ ਕਰੇ, ਪਰ ਉਸ ਨੂੰ ਸ਼ਾਂਤ ਨਹੀਂ ਆਉਂਦੀ। ਮੋਹ ਮਾਇਆ ਦੇ ਕੋਮਲ ਬੰਧਨਾਂ ਵਿੱਚ ਬੰਧਿਆ ਹੋਇਆ ਮਨਮੁਖ ਜਕੜਿਆ ਹੋਇਆ ਹੀ ਰਹਿੰਦਾ ਹੈ, ਅਤੇ ਜਕੜਿਆ ਹੋਇਆ ਹੀ ਮਨਮੁਖੀ ਕਰਮ ਕਮਾਉਂਦਾ ਹੈ। ਮੋਹ ਮਾਇਆ ਦੇ ਬੰਧਨ ਦੇਖਣ ਨੂੰ ਤਾਂ ਮਲੂਕੜੇ ਜਿਹੇ ਬੰਧਨ ਹੀ ਹੁੰਦੇ ਹਨ ਕਿ ਛੱਡ ਹੀ ਨਹੀਂ ਹੁੰਦੇ। ਇਹਨਾਂ ਬੰਧਨਾਂ ਦੀ ਜਕੜੀ ਹੋਈ ਲੁਕਾਈ ਪਈ ਰਸਾਤਲ ਨੂੰ ਧਾਈ ਕਰੀ ਚਲੀ ਜਾਂਦੀ ਹੈ। ਪੂਰਾਂ ਦੇ ਪੂਰ ਇਸ ਬੰਧਨ ਵਿੱਚ ਬੱਧੇ ਹੋਏ 84 ਦੇ ਗੇੜ ਵਿੱਚ ਪੈਂਦੇ ਚਲੇ ਆਏ ਹਨ, ਪੈ ਰਹੇ ਹਨ ਅਤੇ ਪੈਂਦੇ ਰਹਿਣਗੇ। ਇਹਨਾਂ ਕਰਮਾਂ ਦੇ ਮਾਰਿਆਂ ਦੇ ਵੱਸ ਕੁਝ ਨਹੀਂ। ਇਹਨਾਂ ਦੇ ਕਰਮਾਂ ਵਿੱਚ ਹੀ ਇਹੀ ਸਜ਼ਾ ਇਹਨਾਂ ਨੂੰ ਦੁਰਦਰਗਾਹੋਂ ਲਿਖੀ ਹੋਈ ਹੁੰਦੀ ਹੈ। ਇਹ ਪੂਰਾਂ ਦੇ ਪੂਰ ਸਭ ਮਨਮੁਖਾਂ ਦੇ ਹਨ। ਕੋਈ ਵਿਰਲਾ ਗੁਰੂ ਵਰੁਸਾਇਆ ਗੁਰਮੁਖ ਜਨ ਇਸ ਸ਼੍ਰੇਣੀ ਤੋਂ ਬਚਦਾ ਹੈ, ਨਹੀਂ ਤਾਂ ਸਭ ਰਸਾਤਲ ਦੇ ਵਿੱਚ ਹੀ ਡਿੱਗਦੇ ਹਨ। ਕੈਸੀ ਤਰਸਯੋਗ ਦਸ਼ਾ ਹੈ। ਅਗਲਾ ਗੁਰਵਾਕ ਸਾਖਤਾਂ ਮਨਮੁਖਾਂ ਦੀ ਕਰਨੀ ਕਰਤੂਤ ਦਾ ਫਲ ਦੱਸਦਾ ਹੈ। ਯਥਾ ਗੁਰਵਾਕ। ਸਾਕਤ ਕਰਮ ਪਾਣੀ ਜਿਉ ਮਥਿਐ, ਨਿਤ ਪਾਣੀ ਝੋਲ ਝੁਲਾਰੇ। ਮਿਲ ਸਤ ਸੰਗਤ ਪਰਮ ਪਦ ਪਾਇਆ, ਕੱਢ ਮਾਖਨ ਕੇ ਗਟਕਾਰੇ। ਨਿਤ ਨਿਤ ਕਾਇਆ ਮੱਜਨ ਕੀਆ, ਨਿਤ ਮਲ ਮਲ ਦੇ ਸਵਾਰੇ। ਮੇਰੇ ਸਤਗੁਰ ਕੇ ਮਨ ਬਚਨ ਨ ਪਾਏ, ਸਭ ਫੋਕਟ ਚਾਰ ਸਿੰਗਾਰੇ। ਨਟ ਮਹਲਾ ਚੌਥਾ। ਸੂਚਨਾ ਸਾਕਤ ਮਨਮੁਖਾਂ ਦੇ ਕਰਮ ਨੀਰ ਵਿਰੋਲਣੇ ਕਰਮ ਹਨ। ਜਿਵੇਂ ਪਾਣੀ ਨੂੰ ਰਿੜਕਿਆਂ ਪਾਣੀ ਵਿੱਚੋਂ ਕੁਝ ਨਹੀਂ ਨਿਕਲਦਾ, ਤਿਵੇਂ ਮਨਮੁਖੀ ਕਰਮ ਕੀਤਿਆਂ ਇਹਨਾਂ ਕਰਮਾਂ ਦਾ ਫਲ ਕੁਝ ਵੀ ਨਹੀਂ ਮਿਲਦਾ, ਨਾ ਹੀ ਕੁਝ ਲਾਭ ਹੁੰਦਾ ਹੈ। ਬਸ ਮਨਮੁਖ ਸਾਕਤ ਲੋਕ ਆਪ ਹੁਦਰੇ ਕਰਮ ਨਿਤਾ ਪ੍ਰਤੀ ਕਮਾਈ ਚਲੇ ਜਾਂਦੇ ਹਨ। ਉਹਨਾਂ ਦੇ ਪਾਣੀ ਦੀ ਝੱਗ ਹੀ ਪੱਲੇ ਪੈਂਦੀ ਹੈ। ਇਸੇ ਤਰ੍ਹਾਂ ਰੋਜ਼-ਰੋਜ਼ ਜੋ ਸਾਕਤ ਜਨ ਮਨਮੁਖੀ ਕਰਮ ਕਰਦੇ ਹਨ, ਸਭ ਪਾਣੀ ਦੇ ਫੋਕਟ ਝੋਲ ਝੁਲਾਇਆਂ ਵਾਂਗੂ ਹੀ ਹਨ। ਜੇ ਗੁਰੂ ਘਰ ਦੀ ਸਤ ਸੰਗਤ ਉਹਨਾਂ ਨੂੰ ਨਸੀਬ ਹੋ ਜਾਵੇ
ਤਾਂ ਗੁਰਮੁਖਾਂ ਦੀ ਸੰਗਤ ਨਾਲ ਉਹ ਸਿਫਤ ਸਲਾਹ ਸ੍ਰੇਸ਼ਟ ਕਰਮ ਰੂਪੀ ਦੁੱਧ ਰਿੜਕਣਾ ਸਿੱਖ ਜਾਣ, ਜਿਸ ਦੇ ਰਿੜਕਿਆਂ ਵਿੱਚੋਂ ਮੱਖਣ ਨਿਕਲ ਸਕਦਾ ਹੈ। ਜਿਸ ਨਾਮ ਰੂਪੀ ਮੱਖਣ ਦਾ ਗਟਾਕ ਰਸ ਚੱਖ ਚੱਖ ਉਹ ਬਿਸਮਾਦ ਹੋ ਜਾਣ ਅਤੇ ਜਨਮ ਨੂੰ ਸਵਾਰ ਲੈਣ। ਨਾਮ ਦਾ ਸਵਾਸ ਅਭਿਆਸੀ ਬਿਲੋਵਨਾ ਬਿਲੋਏ ਕੇ ਤਤ ਮਹਾਰਸ ਅੰਮ੍ਰਿਤ ਦੇ ਗਟਾਕ ਰਸ ਪੀਣ ਵਾਲੇ ਬਣ ਜਾਣ, ਨਹੀਂ ਤਾਂ ਐਵੇਂ ਫੋਕਟ ਨੀਰ ਵਿਰੋਲੀਏ ਕਰਮ ਕਪੋਲੀਏ ਹੀ ਰਹਿ ਜਾਣਗੇ। ਕਾਸ਼ ਕਿ ਇਹਨਾਂ ਮਨਮੁਖੀਆਂ ਨੂੰ ਸੁਮਤ ਆਵੇ, ਸਤਿਗੁਰੂ ਨਾਨਕ ਦੇ ਘਰ ਦੀ ਦਾਤ ਤੋਂ ਵਰੋਸਾਉਣ, ਸੁੰਝੇ ਨਾ ਰਹਿਣ। ਸਾਰਾ ਮਨਮੁਖੀ ਸੰਸਾਰ ਮਨਮੁਖੀ ਕਰਮਾਂ ਦੇ ਵਹਿਣ ਵਹਿ ਰੁੜਿਆ ਚਲਿਆ ਜਾ ਰਿਹਾ ਹੈ। ਫੋਕਟ ਕਰਮਾਂ ਵਿੱਚ ਲੱਗ ਕੇ ਆਪਣਾ ਰਤਨ ਜਨਮ ਗਵਾ ਰਿਹਾ ਹੈ, ਐਵੇਂ ਜੂਏਬਾਜੀ ਹਾਰ ਰਿਹਾ ਹੈ। ਮਨਮੁਖੀ ਲੋਕ ਮਨਮੁਖੀ ਆਨਮਤ ਤੀਰਥਾਂ ਤੇ ਜਾ ਕੇ ਅਤੇ ਉੱਥੇ ਹੀ ਰਹਿ ਵਸ ਕੇ ਨਿਤਾ ਪ੍ਰਤੀ ਨਹਾਉਂਦੇ ਹਨ, ਆਪਣੀ ਦੇਹੀ ਕਾਇਆ ਨੂੰ ਮੰਜਨਾਉਂਦੇ ਹਨ ਅਤੇ ਮਲ ਮਲ ਕੇ ਧੋਂਦੇ ਹਨ ਅਤੇ ਧੋ ਸੰਵਾਰ ਕੇ ਸਿੰਗਾਰਦੇ ਹਨ। ਪਰ ਇਹ ਉਹਨਾਂ ਦੇ ਸਭ ਫੋਕਟ ਸਿੰਗਾਰ ਹੀ ਹਨ। ਭਾਵੇਂ ਆਪਣੇ ਜਾਣੇ ਇਹੋ ਜਿਹੇ ਸੁੰਦਰ ਸਿੰਗਾਰ ਕਰਕੇ ਉਹ ਆਪਣੇ ਆਪ ਨੂੰ ਸਫਲ ਸਮਝਦੇ ਹਨ ਤੇ ਉਹਨਾਂ ਨੂੰ ਸਤਿਗੁਰੂ ਨਾਨਕ ਸਾਹਿਬ ਦੇ ਬਚਨ ਨਹੀਂ ਭਾਉਂਦੇ। ਜੇ ਭਾ ਜਾਣ ਤਾਂ ਉਹਨਾਂ ਦਾ ਵੀ ਨਿਸਤਾਰਾ ਹੋ ਜਾਵੇ। ਪਰ ਮਾੜੀ ਕਿਸਮਤ ਵਾਲੇ ਮਨਮੁਖ ਸਾਕਤ ਪੁਰਸ਼ ਇਸ ਪਾਸੇ ਆਉਂਦੇ ਹੀ ਨਹੀਂ, ਰੁਚੀ ਹੀ ਨਹੀਂ ਫੇਰਦੇ। ਕੁਸੰਗ ਦੀ ਰੁਚੀ, ਸਾਕਤਾਂ ਦੇ ਸੰਗ ਦੀ ਖੁਸ਼ੀ ਹੀ ਉਹਨਾਂ ਨੂੰ ਬਹੁਤੀ ਭਾਉਂਦੀ ਹੈ। ਹਉਮੈ ਦੇ ਅਧੀਨ ਹੋ ਕੇ ਜਿਹੜਾ ਵੀ ਕਰਮ ਕੀਤਾ ਜਾਂਦਾ ਹੈ, ਉਹ ਭਾਵੇਂ ਕਰਨਹਾਰੇ ਨੂੰ ਅਤੇ ਹੋਰ ਦੇਖਣਹਾਰੇ ਮਨਮੁਖੀਆਂ ਨੂੰ ਕਿੰਨਾ ਹੀ ਚੰਗਾ ਪ੍ਰਤੀਤ ਹੁੰਦਾ ਹੋਵੇ, ਕਿਸੇ ਵੀ ਕੀਮਤ ਦਾ ਨਹੀਂ ਹੁੰਦਾ। ਇਸ ਪਰਥਾਏ ਇਹ ਗੁਰ ਪ੍ਰਮਾਣ ਖੂਬ ਟੁਕਦਾ ਹੈ। ਮਾਰੂ ਮਹੱਲਾ ਪੰਜਵਾਂ। ਵਿਤ ਨਵਿਤ ਭ੍ਰਮਿਓ ਬਹੁ ਭਾਂਤੀ, ਅਨਿਕ ਜਤਨ ਕਰ ਧਾਏ, ਜੋ ਜੋ ਕਰਮ ਕੀਏ ਹਉ ਹਉਮੈ, ਤੇ ਤੇ ਭਏ ਅਜਾਏ। ਅਵਰ ਦਿਨ ਕਾਹੂ ਕਾਜ ਨ ਲਾਏ, ਸੋ ਦਿਨ ਮੋਹ ਕੋ ਦੀਜੈ ਪ੍ਰਭ ਜਿਉ, ਜਾ ਦਿਨ ਹਰ ਜਸ ਗਾਏ। ਰਹਾਓ। ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ, ਇਸ ਹੀ ਮੈਂ ਉਰਝਾਏ, ਮਾਇਆ ਮਦ ਚਾਖ ਭਏ ਉਦਮਾਤੇ, ਹਰ ਹਰ ਕਭੂ ਨ ਗਾਏ। ਇਹ ਬਿਦ ਖੋਜੀ ਬਹੁ ਪ੍ਰਕਾਰਾ, ਬਿਨ ਸੰਤਨ ਨਹੀਂ ਪਾਏ, ਤੁਮ ਦਾਤਾਰ ਵੱਡੇ ਪ੍ਰਭ ਸਮਰਥ, ਮੰਗਨ ਕੋ ਦਾਨ ਆਏ। ਤਿਆਗਿਓ ਸਗਲਾ ਮਾਨ ਮਹੱਤਾ, ਦਾਸ ਰੇਣ ਸ਼ਰਨ ਆਏ, ਕਉ ਨਾਨਕ ਹਰ ਮਿਲ ਭਏ ਏਕੈ, ਮਹਾ ਆਨੰਦ ਸੁਖ ਪਾਏ। ਵਿਆਖਿਆ। ਮਨਮੁਖ ਲੋਕ ਧਨ ਦੌਲਤ ਦੇ ਕਾਰਨ ਬਹੁ ਭਾਂਤ ਕਰ ਦੇਸੀ ਪਰਦੇਸੀ ਭਰਮਦੇ ਫਿਰੇ ਅਤੇ ਅਨੇਕਾਂ ਯਤਨ ਕਰ ਕਰਕੇ ਧਾਮਦੇ ਫਿਰੇ ਅਤੇ ਅਨੇਕਾਂ ਕਰਮ ਕਰਦੇ ਫਿਰੇ। ਪਰ ਇਹ ਸਾਰੇ ਕਰਮ ਉਹਨਾਂ ਮਨਮੁਖਾਂ ਨੇ ਡੂੰਘੇ ਹਉਮੈ ਦੇ ਅਧੀਨ ਹੋ ਕੇ ਹਉ ਹਉ ਕਰਦਿਆਂ ਨੇ ਕੀਤੇ, ਜਿਸ ਕਰਕੇ ਇਹ ਕੀਤੇ ਕਰਮ ਸਭ ਅਜਾਈਂ ਹੀ ਗਏ, ਕਿਸੇ ਲੇਖੇ ਨਾ ਲੱਗੇ। ਸਦਾ ਮਦ ਮਾਇਆ ਕਾਰਨ ਮੂਰਖ ਅਜਾਣ ਮਨਮੁਖ ਲੋਕ ਹੀ ਧਾਮਦੇ ਹਨ। ਹਉਮੈ ਦੇ ਅਧੀਨ ਹੋ ਕੇ ਮਨ ਦੀ ਮਰਜ਼ੀ ਨਾਲ ਕੀਤੇ ਮਨਮੁਖਾਂ ਦੇ ਕਰਮ ਸਭ ਐਵੇਂ ਅਕਾਰਤ ਹੀ ਜਾਂਦੇ ਹਨ। ਇਹਨਾਂ ਕੰਮਾਂ ਵਿੱਚ ਲੱਗਾ ਸਮਾਂ ਵੀ ਐਵੇਂ ਫਜ਼ੂਲ ਹੀ ਜ਼ਾਇਆ ਹੁੰਦਾ ਹੈ। ਜਿਤਨੇ ਦਿਨ ਮਹੀਨੇ ਵਰੇ ਸਾਲ ਅਜਿਹੇ ਫਜ਼ੂਲ ਕੰਮਾਂ ਵਿੱਚ ਬਤੀਤ ਹੁੰਦੇ ਹਨ, ਸੋ ਦਿਨ ਵੀ ਕਿਸੇ ਲੇਖੇ ਨਹੀਂ ਲੱਗਦੇ, ਸਭ ਅਲੇਖੇ ਹੀ ਬਤੀਤ ਹੁੰਦੇ ਹਨ, ਕਿਸੇ ਕੰਮ ਨਹੀਂ ਆਉਂਦੇ। ਕਾਹੂ ਕਾਜ ਨਾ ਲਾਏ, ਕਿਸੇ ਕਰਨ ਯੋਗ ਕਾਰਜ ਦੇ ਨਿਮਿਤ ਲੇਖੇ ਨਹੀਂ ਲੱਗਦੇ। ਲੇਖੇ ਲੱਗਣ ਵਾਲਾ ਇੱਕੋ ਕਾਜ ਹੈ, ਵਾਹਿਗੁਰੂ ਦਾ ਜਸ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆਸਾ ਮਹੱਲਾ ਪੰਜਵਾਂ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਸਾਨੂੰ ਗੁਰਸਿੱਖਾਂ ਨੂੰ ਅਜਿਹੇ ਦਿਨ ਸਦ ਸਦੀਵੀ ਦੇਣ ਦੀ ਬਖਸ਼ਿਸ਼ ਕਰੋ ਕਿ ਦਿਨ ਰਾਤ ਤੇਰੇ ਹੀ ਗੁਣ ਗਾਉਂਦੇ ਰਹੀਏ, ਤੇਰਾ ਜਸ ਹੀ ਉਚਰਦੇ ਰਹੀਏ, ਤੇਰਾ ਨਾਮ ਹੀ ਉਰਧਾਰਦੇ ਰਹੀਏ। ਹੋਰ ਕੰਮਾਂ ਕਾਜਾਂ ਵੱਲ ਸੁਰਤੀ ਹੀ ਨਾ ਦੌੜੇ, ਰੁਚੀ ਹੀ ਨਾ ਜਾਗੇ, ਮਾਇਆ ਦੇ ਮੋਹ ਮਮਤਾ ਦੇ ਜਾਲ ਵਿੱਚ ਉੱਕੇ ਪਈਏ ਹੀ ਨਾ। ਬਚਾਓ ਹੇ ਵਾਹਿਗੁਰੂ, ਮੋਹ ਮਮਤਾ ਦੇ ਜਾਲ ਪਸਾਰੇ ਤੋਂ ਬਚਾਓ। ਅਸੀਂ ਪ੍ਰਤੱਖ ਦੇਖਦੇ ਹਾਂ ਕਿ ਮਨਮੁਖੀ ਲੋਕ ਤੇ ਕਈ ਅਨੇਕਾਂ ਸਿੱਖ ਅਖਵਾਉਣ ਵਾਲੇ ਲੋਕ ਵੀ ਗ੍ਰਹਿ ਕੁਟੰਬ ਦੇ ਪਸਾਰੇ ਨੂੰ ਦੇਖ ਕੇ ਇਹਨਾਂ ਦ੍ਰਿਸ਼ਟਮਾਨ ਪਦਾਰਥਾਂ ਵਿੱਚ ਹੀ ਉਲਝੇ ਰਹਿੰਦੇ ਹਨ ਅਤੇ ਉਲਝ ਕੇ ਖਪਦੇ ਰਹਿੰਦੇ ਹਨ। ਮਾਇਆ ਦਾ ਮਦ ਦੇਖ ਕੇ ਹੀ ਮਤਵਾਲੇ ਹੋਏ ਰਹਿੰਦੇ ਹਨ। ਇਹ ਚੜ੍ਹਿਆ ਹੋਇਆ ਉਦਮਾਦ ਉਹਨਾਂ ਨੂੰ ਵਾਹਿਗੁਰੂ ਵੱਲੋਂ ਅਤੇ ਵਾਹਿਗੁਰੂ ਜਸ ਵੱਲੋਂ ਸਦਾ ਹੀ ਗਾਫਲ ਰੱਖਦਾ ਹੈ।
ਉਹ ਪਰਮਾਰਥ ਦੇ ਪਾਸੇ ਆਉਂਦੇ ਹੀ ਨਹੀਂ, ਹਰ ਜਸ ਕਦੇ ਗਾਉਂਦੇ ਹੀ ਨਹੀਂ, ਸਤ ਸੰਗਤ ਵਿੱਚ ਆ ਕੇ ਕਦੇ ਬੈਠਦੇ ਤੱਕ ਨਹੀਂ। ਬਹੁ ਪ੍ਰਕਾਰ ਕਰ ਇਹ ਬਿਧ ਬਿਧੀ ਸੋਚ ਕੇ ਦੇਖੀ ਕਿ ਬਿਨਾਂ ਸਤ ਸੰਗਤ ਸੰਤ ਜਨਾਂ ਦੇ ਆਸਰੇ ਤੋਂ ਇਹ ਗਤੀ ਪ੍ਰਾਪਤ ਨਹੀਂ ਹੁੰਦੀ। ਹੇ ਵਾਹਿਗੁਰੂ, ਸਭ ਤੋਂ ਵੱਡੇ ਦਾਤਾਰ ਸਮਰੱਥ ਪਾਤਸ਼ਾਹ, ਅਸੀਂ ਤੇਰੇ ਮੰਗਤੇ ਹਾਂ। ਤੇਰੇ ਦਰਬਾਰ ਅਰਦਾਸ ਕਰ ਕਰ ਇਹ ਦਾਨ ਮੰਗਣ ਲਈ ਅਸੀਂ ਆਏ ਹਾਂ। ਹੱਥ ਬੰਨੀ ਤੇ ਅੱਡੀ ਖੜੋਤੇ ਹਾਂ ਕਿ ਸਾਨੂੰ ਖਿਨ ਖਿਨ ਆਪਣੇ ਨਾਮ ਦੀ ਦਾਤ ਦੇਵੋ ਅਤੇ ਹਰਦਮ ਹਰ ਅਵਸਰ ਆਪਣੇ ਨਾਮ ਰਸੀਏ ਸੰਤਾਂ ਭਗਤਾਂ ਦੀ ਗੁਰਮੁਖ ਜਨਾਂ ਦੀ ਸੰਗਤ ਵਿੱਚ ਹੀ ਰੱਖਣ ਦੀ ਕਿਰਪਾਲਤਾ ਕਰੋ। ਸਗਲਾ ਮਾਨ ਮਹੱਤਾ, ਮਾਨ ਵਡਿਆਈ ਦਾ ਚਸਕਾ ਛੱਡ ਕੇ ਹੀ ਇਹ ਦਾਤ ਮਿਲਦੀ ਹੈ ਅਤੇ ਤੇਰੇ ਦਾਸਾਂ ਦੀ ਰੇਨ ਬਾਂਚ ਕੇ, ਦਾਸਾਂ ਦੀ ਧੂੜੀ ਵਿੱਚ ਰੁਲ ਕੇ, ਸਭਨਾਂ ਦੀ ਰੇਨ ਹੋਏ ਕੇ, ਨੀਚ ਤੋਂ ਨੀਚ ਸਦਾ ਕੇ ਇਹ ਦਾਤ ਮਿਲਦੀ ਹੈ ਅਤੇ ਦਾਸ ਰੇਨ ਸ਼ਰਣਾਏ ਹੋ ਕੇ ਹੀ ਵਾਹਿਗੁਰੂ ਨਾਲ ਇਕਮਿਕ ਹੋਈਦਾ ਹੈ ਅਤੇ ਮਹਾ ਆਨੰਦ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹੇ ਵਾਹਿਗੁਰੂ, ਮਨਮੁਖਤਾ ਤੋਂ ਬਖਸ਼, ਮਨਮੁਖਾਂ ਨੂੰ ਵੀ ਬਖਸ਼। ਅਗਲੇਰੇ ਗੁਰਵਾਕ ਵਿੱਚ ਸਰਬ ਸੁਖ ਦਾਤਾ ਵਿਸਾਰ ਕੇ ਮੋਹ ਮਾਇਆ ਵਿੱਚ ਫਾਥੇ ਮਨਮੁਖ ਮਨੁੱਖ ਦਾ ਨਕਸ਼ਾ ਖਿੱਚਿਆ ਹੈ। ਮਾਰੂ ਮਹੱਲਾ ਪੰਜਵਾਂ, ਘਰ ਤੀਜਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਪ੍ਰਾਨ ਸੁਖ ਦਾਤਾ, ਜੀ ਸੁਖ ਦਾਤਾ, ਤੁਮ ਕਾਹੇ ਬਿਸਾਰਿਓ ਅਗਿਆਨਤ। ਹੋਛਾ ਮਦ ਚਾਕ ਹੋਏ ਤੁਮ ਬਾਵਰ, ਦੁਲਭ ਜਨਮ ਅਕਾਰਤ। ਰੇ ਨਰ ਐਸੀ ਕਰੈ ਇਆਨਤ, ਤਜ ਸਾਰੰਗ ਧਰ ਭ੍ਰਮ ਤੂ ਭੂਲਾ, ਮੋਹ ਲਪਟਿਓ ਦਾਸੀ ਸੰਗ ਸਾਨਤ। ਰਹਾਓ। ਧਰਣੀ ਧਰ ਤਿਆਗ ਨੀਚ ਕੁਲ ਸੇਮੈ, ਹਉ ਹਉ ਕਰਤ ਬਿਹਾਵਤ। ਫੋਕਟ ਕਰਮ ਕਰੈ ਅਗਿਆਨੀ, ਮਨਮੁਖ ਅੰਧ ਕਹਾਵਤ। ਸਤ ਹੋਤਾ ਅਸਤ ਕਰ ਮਾਨਿਆ, ਜੋ ਬਿਨ ਸਤ ਸੋ ਨਿਹਚਲ ਜਾਨਤ। ਪਰ ਕੀ ਕਉ ਆਪਣੀ ਕਰ ਪਕਰੀ, ਐਸੇ ਭੂਲ ਭੁਲਾਨਤ। ਖੱਤਰੀ ਬ੍ਰਾਹਮਣ ਸੂਦ ਵੈਸ, ਸਭ ਏਕੈ ਨਾਮ ਤਰਾਨਥ। ਗੁਰ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਨੈ ਸੋ ਪਾਰ ਪਰਾਨਥ। ਵਿਆਖਿਆ। ਮਨਮੁਖ ਨਰ ਨੂੰ ਸਨਮੁਖ ਉਪਦੇਸ਼ ਹੈ ਕਿ ਹੇ ਮਨਮੁਖ ਅਗਿਆਨੀ ਪੁਰਸ਼, ਤੂੰ ਪ੍ਰਾਨ ਸੁਖਦਾਤਾ, ਜੀ ਸੁਖਦਾਤਾ ਵਾਹਿਗੁਰੂ ਮਹਿਜ਼ ਮਨਮੁਖਤਾ ਅਤੇ ਮੂਰਖਤਾ ਅਗਿਆਨਤਾ ਦੇ ਕਾਰਨ ਕਿਉਂ ਵਿਸਾਰ ਦਿੱਤਾ ਹੈ। ਮਾਇਆ ਦਾ ਹੋਛਾ ਮਦ ਚੱਕ ਕੇ ਤੂੰ ਬੌਰਾ ਹੋ ਗਿਆ ਹੈ ਅਤੇ ਦੁਰਲਭ ਮਨੁੱਖਾ ਜਨਮ ਨੂੰ ਅਕਾਰਥ ਖੋ ਰਿਹਾ ਹੈ। ਐਸੀ ਬੇਸਮਝੀ ਵਾਲਾ ਇਆਨਪੁਣਾ ਕਿਉਂ ਕਰ ਰਿਹਾ ਹੈ। ਸਾਰੀ ਸ੍ਰਿਸ਼ਟੀ ਨੂੰ ਸਹਾਰਾ ਆਸਰਾ ਦੇਣ ਵਾਲੇ ਵਾਹਿਗੁਰੂ ਨੂੰ ਤਜ ਕੇ ਤੂੰ ਕਿਹੜੇ ਭਰਮ ਵਿੱਚ ਭੁੱਲਿਆ ਫਿਰਦਾ ਹੈ। ਸੰਬੰਧੀ ਸਾਕੇ ਚਾਰੀ ਤੇ ਕੁਟੰਬ ਕਬੀਲੇ ਦੇ ਅਤੇ ਬਪੜੀ ਮਾਇਆ ਦਾਸੀ ਦੇ ਮੋਹ ਵਿੱਚ ਤੂੰ ਲਪਟ ਰਿਹਾ ਹੈ, ਲੱਟੂ ਹੋ ਰਿਹਾ ਹੈ। ਸਾਰੀ ਸ੍ਰਿਸ਼ਟੀ ਨੂੰ ਆਸਰਾ ਸਹਾਰਾ ਦੇਣ ਵਾਲੇ ਸਰਬੱਗ ਵਾਹਿਗੁਰੂ ਨੂੰ ਤਿਆਗ ਕੇ ਤੂੰ ਅਲਪਗ ਕੁਲ ਕੁਟੰਬੀ ਗੁਲਾਮੀ ਵਿੱਚ ਲੱਥ-ਪੱਥ ਹੋਏ ਰਿਹਾ ਹੈ ਅਤੇ ਉਹਨਾਂ ਦੀ ਖਾਤਰ ਹਉ-ਹਉ ਕਰਦਾ ਫਿਰਦਾ ਮੈਂ ਮੇਰੀ ਵਿੱਚ ਗਲਤਾਨ ਹੋਇਆ ਫਿਰਦਾ ਹੈ। ਤੇਰੀ ਸਾਰੀ ਉਮਰ ਇਵੇਂ ਹੀ ਬਿਰਥੀ ਬਿਹਾਉਂਦੀ ਜਾ ਰਹੀ ਹੈ। ਅਗਿਆਨੀਆਂ ਵਾਲੇ ਫੋਕਟ ਕਰਮ ਕਰਕੇ ਆਪਣੇ ਆਪ ਨੂੰ ਮਨਮੁਖ ਅੰਧਾ ਕਹਾਉਂਦਾ ਹੈ। ਜੋ ਇੱਕੋ ਸਤਪੁਰਖ ਸੱਚਾ ਵਾਹਿਗੁਰੂ ਹੈ, ਤਿਸ ਨੂੰ ਤੈਂ ਅਸਤ ਕਰਕੇ ਮੰਨਿਆ ਹੋਇਆ ਹੈ। ਜੋ ਬਿਨਸਨਹਾਰ ਅਲਪਗ ਦੇਹ ਧਾਰੀ ਹੈ ਅਤੇ ਅਸਤ ਪਦਾਰਥ ਹੈ, ਤਿਸ ਨੂੰ ਤੈਂ ਨਿਹਚਲ ਕਰਕੇ ਜਾਣਿਆ ਹੋਇਆ ਹੈ। ਜੋ ਵਸਤ ਤੇਰੀ ਨਹੀਂ, ਤੀਨ ਕਾਲ ਤੇਰੀ ਨਹੀਂ, ਸਦਾ ਓਪਰੀ ਹੈ, ਤਿਸ ਨੂੰ ਤੂੰ ਆਪਣੀ ਸਮਝ ਕੇ ਚਿਮੜਿਆ ਹੋਇਆ ਹੈ। ਮੋਹ ਮਾਇਆ ਦਾ ਕੀੜਾ ਬਣ ਕੇ ਐਸੀਆਂ ਭੂਲ ਭੁਲਈਆਂ ਵਿੱਚ ਤੂੰ ਭੁੱਲਿਆ ਫਿਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਮਲੇਛਾਂ ਨੂੰ ਇੱਕੋ ਗੁਰਮਤ ਨਾਮ ਦੇ ਆਸਰੇ ਤਾਰਨ ਦਾ ਧੁਰਵਾ ਬੰਨਿਆ ਹੋਇਆ ਹੈ। ਤੂੰ ਅਜੇ ਆਪਣੀ ਮਨਮੁਖਤਾ ਦੇ ਕਾਰਨ ਜਾਤਾਂ ਪਾਤਾਂ ਦੇ ਵਿਤਕਰੇ ਵਿੱਚ ਫਸਿਆ ਫਿਰਦਾ ਹੈ। ਕਦੇ ਤੂੰ ਆਖਦਾ ਹੈ ਇਸਤਰੀ ਜਾਮੇ ਦਾ ਉਧਾਰ ਨਹੀਂ ਹੋ ਸਕਦਾ, ਇਸਤਰੀ ਨੂੰ ਮਨੁੱਖ ਦੀ ਬਰਾਬਰੀ ਨਹੀਂ ਹੋ ਸਕਦੀ। ਨੀਚ ਜਾਤੀਆਂ ਨਾਲ ਨਫ਼ਰਤ ਕਰਕੇ ਤੂੰ ਆਪਣੇ ਆਪ ਨੂੰ ਵੱਡਾ ਬਣਾ ਕੇ ਅਭਿਮਾਨੀ ਬਣਦਾ ਹੈ। ਇਹ ਸਭ ਮਨਮੁੱਖਾਂ ਵਾਲੀਆਂ ਗੱਲਾਂ ਹੀ ਹਨ। ਗੁਰੂ ਨਾਨਕ ਦਾ ਸੱਚਾ ਉਪਦੇਸ਼ ਜੋ ਸੁਣੇ ਕਮਾਵੇਗਾ, ਤਿਸੇ ਦਾ ਹੀ ਪਾਰ ਉਤਾਰਾ ਹੋਵੇਗਾ। ਮਨਮੁਖਤਾ ਦੀਆਂ ਘਾਲਣਾ ਕੀਤਿਆਂ ਕਿਸੇ ਨੇ ਪਾਰ ਨਹੀਂ ਉਤਰਨਾ, ਨਿਸ਼ਚੇ ਰਹੇ। ਹਉ ਹਉ ਕਰਮ ਕਮਾਣੇ, ਤੇ ਬੰਦ ਗਲਾਣੇ, ਮੇਰੀ ਮੇਰੀ ਧਾਰੀ, ਓਹਾ ਪੈਰ ਲੋਹਾਰੀ। ਮਾਰੂ ਮਹੱਲਾ ਪੰਜਵਾਂ।
ਇਹ ਗੁਰਵਾਕ ਦੱਸਦਾ ਹੈ ਕਿ ਜੋ ਕਰਮ ਹਉਮੈ ਦੇ ਅਧੀਨ ਹੋ ਕੇ ਤੇ ਮਨ ਦੇ ਪਿੱਛੇ ਲੱਗ ਕੇ ਕੀਤੇ ਜਾਂਦੇ ਹਨ, ਸੋ ਸਭ ਕਰਮ ਮਨਮੁਖੀ ਕਰਮ ਹਨ, ਜਿਨ੍ਹਾਂ ਦੇ ਬੰਧਨਾਂ ਦੀ ਫਾਸ ਕਰਮ ਕਰਨਹਾਰਿਆਂ ਦੇ ਗਲਾਂ ਵਿੱਚ ਪੈਂਦੀ ਹੈ। ਜਿਨ੍ਹਾਂ ਮਨਮੁੱਖਾਂ ਨੇ ਵੀ ਮੇਰੀ ਮੇਰੀ ਧਾਰ ਕੇ ਹਉਮੈ ਕਰਮ ਕਮਾਏ, ਤਿਨਾਂ ਦੇ ਪੈਰਾਂ ਵਿੱਚ ਲੋਹੇ ਦੀ ਬੇੜੀ ਪਈ, ਤਿਨਾਂ ਨੂੰ ਕਦੇ ਵੀ ਕਲਿਆਣ ਪ੍ਰਾਪਤ ਨਾ ਹੋਈ। ਮਨਮੁਖੀ ਕਰਮਾਂ ਦਾ ਇਹੀ ਹਸ਼ਰ ਹੈ। ਲੋਕਾਚਾਰੀ ਹਉਮੈ ਬੰਧਨ ਵਿਆਪਤ ਮਨਮੁਖੀ ਕਰਮ। ਕਰਮ ਕਰੈ ਤਾਂ ਬੰਧਾ, ਨਹਿ ਕਰੈ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰ ਪ੍ਰਸਾਦ ਸੁਖ ਦੁਖ ਸਮ ਜਾਣੈ, ਘਟ ਘਟ ਰਾਮ ਹਿਆਲੀਐ। ਮਾਰੂ ਮਹਲਾ ਪੰਜਵਾਂ। ਕਰਮਾਚਾਰੀ ਮਨਮੁਖੀ ਬੰਦਾ ਦੁਬਿਧਾ ਵਿੱਚ ਕਰਮ ਕਮਾਉਂਦਾ ਹੈ। ਜੇ ਕਰਮ ਕਰਦਾ ਹੈ ਤਾਂ ਬੰਧਨ ਪੈਂਦੇ ਹਨ, ਨਹੀਂ ਕਰਦਾ ਤਾਂ ਲੋਕਾਂ ਦੀ ਨਿੰਦਾ ਹੁੰਦੀ ਹੈ। ਜੋ ਕਰਮ ਮਨਮੁਖ ਕਰਦਾ ਵੀ ਹੈ, ਸੋ ਮੋਹ ਮਮਤਾ ਦਾ ਮਾਰਿਆ ਕਰਦਾ ਹੈ। ਮੋਹ ਵਿੱਚ ਮਗਨ ਨੂੰ ਚਿੰਤਾ ਵਿਆਪੀ ਹੀ ਰਹਿੰਦੀ ਹੈ। ਕਦੇ ਦੁੱਖ ਦੀ ਕਦੇ ਸੁੱਖ ਦੀ ਚਿੰਤਾ ਲੱਗੀ ਹੀ ਰਹਿੰਦੀ ਹੈ। ਇਹ ਤਾਂ ਜਿਨ੍ਹਾਂ ਗੁਰਮੁਖਾਂ ਉੱਪਰ ਗੁਰੂ ਦੀ ਕਿਰਪਾ ਹੁੰਦੀ ਹੈ, ਸਹੀ ਜਨ ਹੀ ਦੁੱਖ ਸੁੱਖ ਨੂੰ ਸਮਾਨ ਕਰਕੇ ਜਾਣਦੇ ਹਨ। ਉਹ ਸਾਰੇ ਘਟਾਂ ਅੰਦਰ ਆਪਣੇ ਹੀਰੇ ਅੰਦਰ ਰਮਤ ਰਾਮ ਨੂੰ ਰਮਿਆ ਹੋਇਆ ਪ੍ਰਤੱਖ ਦੇਖਦੇ ਹਨ। ਮਨਮੁੱਖਾਂ ਨੂੰ ਅੱਗੇ ਅੰਧਾਰਾ ਹੀ ਅੰਧਾਰਾ ਹੈ। ਇੱਥੇ ਵੀ ਉਹ ਅੰਧਿਆਰੇ ਵਿੱਚ ਪਏ ਅਨਿਸ਼ਚਿਤ ਕਰਮ ਕਰ ਕਰ ਖਪਤ ਹੁੰਦੇ ਹਨ। ਨਾਮਹੀਣ ਬਿਨਸੈ ਦੁਖ ਪਾਏ, ਤ੍ਰਿਸ਼ਨਾ ਜਲਿਆ ਭੂਖ ਨਾ ਜਾਏ, ਵਿਣ ਭਾਗਾਂ ਨਾਮ ਨਾ ਪਾਇਆ ਜਾਏ, ਬਹੁ ਬਿਧ ਥਾਕਾ ਕਰਮ ਕਮਾਏ। ਤ੍ਰੈ ਗੁਣ ਬਾਣੀ ਬੇਦ ਵਿਚਾਰ, ਵਿਖਿਆ ਮੈਲ ਵਿਖਿਆ ਵਾਪਾਰ, ਮਰ ਜਨਮੈ ਫਿਰ ਹੋਏ ਖੁਆਰ, ਗੁਰਮੁਖ ਤੁਰਿਆ ਗੁਣ ਉਰਧਾਰ। ਮਲਾਰ ਮਹਲਾ ਤੀਜਾ। ਭਾਵ ਨਾਮ ਤੋਂ ਹੀਣੇ ਮੀਣੇ ਮਨਮੁਖ ਨੂੰ ਮਨਮੁਖੀ ਕਰਮ ਕੀਤਿਆਂ ਦੁੱਖ ਹੀ ਦੁੱਖ ਅੱਗੇ ਆਉਂਦਾ ਹੈ। ਉਹ ਜਿਉਂ-ਜਿਉਂ ਕਰਮ ਕਰਦਾ ਹੈ, ਤਿਉਂ-ਤਿਉਂ ਤ੍ਰਿਸ਼ਨਾ ਵਿੱਚ ਜਲ-ਜਲ ਮਰਦਾ ਹੈ। ਤ੍ਰਿਸ਼ਨਾ ਵਿੱਚ ਜਲੇ ਮਰੇ ਨੂੰ ਜੇ ਕਿਸੇ ਪਦਾਰਥ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ, ਫੇਰ ਕਿਹੜੀ ਉਸ ਦੀ ਭੁੱਖ ਮਿਟ ਜਾਂਦੀ ਹੈ? ਭੁੱਖ ਫੇਰ ਵੀ ਨਹੀਂ ਮਿਟਦੀ, ਤਾਂ ਤਿਰਕਾਰ ਹੈ ਅਜਿਹੇ ਕਰਮ ਕੀਤੇ ਦੇ। ਨਾਮ ਸਨਮੁਖੇ ਗੁਰਮੁਖਾਂ ਦੀ ਹੀ ਭੁੱਖ ਮਿਟਦੀ ਹੈ। ਉਹਨਾਂ ਦੇ ਗੁਰਮੁਖੀ ਕਰਮ ਹੀ ਭੁੱਖ ਮਿਟਾਉਣ ਵਾਲੇ ਹੁੰਦੇ ਹਨ। ਇਹ ਗੁਰਮਤਿ ਨਾਮ ਬਿਨਾਂ ਭਾਗਾਂ ਦੇ ਮਨਮੁੱਖਾਂ ਤੋਂ ਪਾਇਆ ਨਹੀਂ ਜਾਂਦਾ, ਚਾਹੇ ਬਹੁ-ਵਿਧੀ ਕਰਮ ਕਰ ਕਰ ਹਾਰ ਜਾਣ। ਮਨਮੁੱਖਾਂ ਦੇ ਬਹੁ-ਵਿਧੀ ਕਰਮ ਕੀਤੇ ਕਿਸੇ ਲੇਖੇ ਨਹੀਂ ਪੈਂਦੇ। ਆਪਣੀ ਮਨਮੁਖਤਾ ਦੁਆਰਾ ਹੀ ਉਹ ਬੇਦ ਵਿਚਾਰੀ ਕਰਮ ਕਰਨ ਲੱਗ ਪੈਂਦੇ ਹਨ, ਆਪ ਹੁਦਰੇ। ਪਰ ਬੇਦ ਬਾਣੀ ਦੇ ਦਰਸਾਏ ਕਰਮ ਸਭ ਤ੍ਰੈ ਗੁਣੀ ਕਰਮ ਹੀ ਹਨ, ਜਿਨ੍ਹਾਂ ਦੇ ਕਰਨ ਕਰ ਵਿਖਿਆ ਬਿਖ ਮਾਇਆ ਦੀ ਮੈਲ ਸਗੋਂ ਹੋਰ ਵਧੇਰੀ ਆ ਲੱਗਦੀ ਹੈ। ਬੇਦ ਵਿਚਾਰੀ ਕਰਮ ਵਿਖਿਆ ਦਾ ਵਪਾਰ ਜੋ ਹੋਇਆ, ਜਿਸ ਵਿਖਿਆ ਵਪਾਰੀ ਕਰਮ ਨੂੰ ਕਰ ਕਰਕੇ ਮਨਮੁਖ ਪ੍ਰਾਣੀ ਮੁੜ ਮੁੜ ਮਰ ਮਰ ਜਨਮਦੇ ਅਤੇ ਜਮ ਜਮ ਮਰਦੇ ਹਨ, ਇਉਂ ਪਏ ਜੂਨੀਆਂ ਵਿੱਚ ਖੁਆਰ ਹੁੰਦੇ ਫਿਰਦੇ ਹਨ। ਗੁਰਮੁਖ ਜਨ ਤੁਰਿਆ ਗੁਣੀ ਕਰਮ ਸਿਫਤ ਸਲਾਹ ਨਿਰੰਕਾਰੀ ਨਾਮ ਨੂੰ ਉਰਧਾਰਦੇ ਭਵਜਲੋਂ ਪਾਰ ਪੈਂਦੇ ਹਨ। ਮਨਮੁਖ ਤ੍ਰੈ ਗੁਣਾਂ ਵਿੱਚ ਹੀ ਫਾਥੇ ਰਹਿ ਜਾਂਦੇ ਹਨ। ਮਨਮੁਖ ਕਾ ਇਹ ਬਾਦ ਆਚਾਰ, ਬਹੁ ਕਰਮ ਦ੍ਰਿੜਾਵੈ ਨਾਮ ਵਿਸਾਰ, ਗੁਰਮੁਖ ਕਾਮਣ ਬਣਿਆ ਸਿੰਗਾਰ, ਸ਼ਬਦੇ ਪਿਰ ਰਾਖਿਆ ਉਰਧਾਰ। ਮਲਾਰ ਮਹਲਾ ਤੀਜਾ। ਮਨਮੁੱਖਾਂ ਦਾ ਫਾਲਤੂ ਬਾਦ ਬੇਫਾਇਦਾ ਕਰਤੱਵ ਆਚਾਰ ਹੀ ਹੁੰਦਾ ਹੈ। ਉਹ ਨਾਮ ਵਿਸਾਰ ਕੇ ਹੋਰ ਹੀ ਹੋਰ ਭਰਮਾਂ ਕਰਮਾਂ ਵਿੱਚ ਗਲਤਾਨ ਰਹਿੰਦੇ ਹਨ। ਉਹਨਾਂ ਤੋਂ ਉਹਨਾਂ ਗੁਰਮੁੱਖਾਂ ਦੀ ਰੀਸ ਨਹੀਂ ਹੁੰਦੀ, ਜੋ ਪਰਮਾਰਥੀ ਮਨੋਰਥ ਨੂੰ ਮੁੱਖ ਰੱਖ ਕੇ ਪਰਮਾਤਮਾ ਨੂੰ ਮਿਲਣ ਦੀ ਕਾਮਨਾ ਨਾਲ ਸ਼ਬਦ ਗੁਰੂ ਦਾ ਸਿੰਗਾਰ ਕਰਦੇ ਹਨ ਅਤੇ ਸ਼ਬਦ ਨੂੰ ਉਰਧਾਰ ਕੇ ਇਸੇ ਸਿਫਤ ਸਲਾਹੀ ਕਰਮ ਧਰਮ ਕਰਨ ਵਿੱਚ ਹਰ ਦਮ ਤਤਪਰ ਰਹਿੰਦੇ ਹਨ। ਮਨਮੁੱਖਾਂ ਤੋਂ ਅਜਿਹੇ ਗੁਰਮੁੱਖਾਂ ਦੀ ਰੀਸ ਕਦ ਹੋ ਸਕਦੀ ਹੈ, ਜਿਨ੍ਹਾਂ ਨੇ ਆਪਣੇ ਮਨ ਦੇ ਮਗਰ ਹੀ ਚੱਲਣਾ ਹੋਇਆ। ਮਨਮੁਖ ਦਰ ਢੋਈ ਨਾ ਲਹੈਂ, ਭਾਏ ਦੂਜੈ ਕਰਮ ਕਮਾਏ। ਪ੍ਰਭਾਤੀ ਮਹਲਾ ਤੀਜਾ। ਭਾਵ ਮਨਮੁੱਖਾਂ ਨੂੰ ਸੱਚੀ ਦਰਗਾਹ ਵਿੱਚ ਪਰਮਾਤਮਾ ਦੇ ਦਰਬਾਰ ਵਿੱਚ ਢੋਈ ਨਹੀਂ ਮਿਲਦੀ। ਉਹ ਢੋਈ ਲੈ ਹੀ ਨਹੀਂ ਸਕਦੇ। ਦੂਜੇ ਭਾਏ ਕਰਮ ਕਮਾ ਕੇ ਦੂਜੇ ਭਾਏ ਦੇ ਮਨਮੁਖੀ ਕਰਮ ਕਮਾਵਣ ਹਾਰਿਆਂ ਨੂੰ ਹਰ ਦਰਗਾਹੇ ਢੋਈ ਲੈਣੀ ਨਹੀਂ ਪਾਉਂਦੀ। ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀਂ, ਵਿੱਚ ਹਉਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀਂ। ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ, ਉਹਨਾਂ ਮੈਲ ਪਤੰਗ ਨ ਲੱਗਈ ਜੇ ਚੱਲਨ ਸਤਿਗੁਰ ਭਾਏ।
ਮਨਮੁਖ ਝੂਠ ਨਾ ਉਤਰੈ, ਜੇ 100 ਧੋਵਣ ਪਾਏ, ਨਾਨਕ ਗੁਰਮੁਖ ਮਿਲਿਅਨ, ਗੁਰ ਕੈ ਅੰਕ ਸਮਾਏ। ਸ਼ਲੋਕ ਮਹਲਾ ਤੀਜਾ। ਵਿਆਖਿਆ। ਜਿਨ੍ਹਾਂ ਪੁਰਸ਼ਾਂ ਦੇ ਅੰਦਰ ਸੁਰਤ ਸ਼ਬਦ ਦੀ ਲਗਨ ਵਾਲਾ ਸਿਫਤ ਸਾਲਾਹੀ ਕਰਮ ਅਭਿਆਸ ਨਹੀਂ, ਉਹ ਕੀ ਬਾਲਕ ਤੇ ਕੀ ਬਿਰਧ ਸਭ ਇੱਕੋ ਜਿਹੇ ਸਮਾਨ ਮਨਮੁਖ ਦੇ ਫਤਵੇ ਵਾਲੇ ਹਨ, ਕਿਉਂਕਿ ਉਹ ਜਿਤਨੇ ਵੀ ਕਰਮ ਕਮਾਉਂਦੇ ਹਨ, ਹਉਮੈ ਵਿੱਚ ਹੀ ਮਦ ਮੱਤੇ ਹੋ ਕੇ ਕਮਾਉਂਦੇ ਹਨ। ਅਜਿਹੇ ਹਉਮੈ ਵਿੱਚ ਕਰਮ ਕਮਾਉਣ ਵਾਲੇ ਮਨਮੁਖ ਸਭ ਅੱਗੇ ਜਾ ਕੇ ਧਰਮ ਰਾਏ ਦੇ ਵਸ ਪੈਣਗੇ। ਧਰਮ ਰਾਏ ਦੀ ਕਚਹਿਰੀ ਵਿੱਚ ਹੀ ਉਹਨਾਂ ਦੇ ਕੀਤੇ ਕਰਮਾਂ ਦਾ ਨਿਬੇੜਾ ਹੋਊ, ਜਿੱਥੇ ਕਿ ਉਹ ਦੇਣਹਾਰ ਦੀਵਾਲੀਏ ਨਿਕਲਣਗੇ। ਇਹਨਾਂ ਦੇ ਮੁਕਾਬਲੇ ਵਿੱਚ ਗੁਰੂ ਕੇ ਗੁਰਮੁਖ ਸਿੱਖ ਨਿਰਮਲ ਗੁਰਮਤ ਕਰਮ ਕਮਾਉਣ ਕਰਕੇ ਬਹੁਤ ਅੱਛੇ ਰਹਿਣਗੇ। ਧਰਮ ਰਾਏ ਦੇ ਹਿਸਾਬ ਤੋਂ ਪਾਕ, ਨਿਰਮਲ, ਬੇਬਾਕ ਰਹਿਣਗੇ, ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਦੀ ਸਹਿਜ ਸੁਭਾਏ ਕਮਾਈ ਕੀਤੀ ਹੁੰਦੀ ਹੈ। ਉਹਨਾਂ ਨੂੰ ਪਤੰਗ ਜਿੰਨੀ ਮੈਲ ਵੀ ਨਹੀਂ ਲੱਗਦੀ, ਇਸ ਕਰਕੇ ਕਿ ਉਹ ਸਦਾ ਸਤਿਗੁਰੂ ਦੇ ਹੁਕਮ ਰਜ਼ਾਈ ਕਰਮ ਹੀ ਕਮਾਉਂਦੇ ਹਨ। ਮਨਮੁਖ ਆਪਣੇ ਭਾਣੇ ਆਪਣੇ ਮਨ ਦੇ ਮਗਰ ਲੱਗ ਕੇ ਕਰਮ ਕਰਦੇ ਹਨ। ਇਸ ਕਰਕੇ ਉਹਨਾਂ ਮਨਮੁਖਾਂ ਦੇ ਮਨ ਤੇ ਝੂਠ ਦੀ ਮੈਲ ਦੇ ਲਿਉਂ ਚੜੇ ਰਹਿੰਦੇ ਹਨ। ਇਹ ਮੈਲ ਭਰੀ ਝੂਠ ਉਹਨਾਂ ਦੇ ਮਨ ਤੋਂ ਕਦੇ ਉਤਰਦੀ ਹੀ ਨਹੀਂ, ਭਾਵੇਂ ਕਿਤਨੀ ਧੋਣੀ ਉਸ ਮੈਲ ਨੂੰ ਧੋਣ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹ। ਸ਼ਲੋਕ ਮਹਲਾ ਤੀਜਾ। ਵਾਰ ਸੋਰਠ। ਅਜਿਹੇ ਮਨ ਮੈਲੜਾ ਮਲੀਨ ਮਨਮੁਖ ਅਕਾਲ ਪੁਰਖ ਦੀ ਦਰਗਾਹ ਤੋਂ ਜਨਮਾਂ ਪਰਯੰਤ ਦੂਰ ਰਹਿੰਦਾ ਹੈ, ਕਦੇ ਮਿਲਣੇ ਹੀ ਨਹੀਂ ਪਾਉਂਦਾ। ਗੁਰੂ ਨਾਨਕ ਸਾਹਿਬ ਦੇ ਘਰ ਦੇ ਗੁਰ ਅਨੁਸਾਰੀ ਗੁਰਮੁਖ ਜਨਾਂ ਦੀ ਗੁਰੂ ਦੇ ਅੰਕ ਵਿੱਚ ਸਮਾਈ ਹੋ ਜਾਂਦੀ ਹੈ। ਇਸ ਕਰਕੇ ਉਹ ਵਾਹਿਗੁਰੂ ਨਾਲ ਸੱਚੇ ਮਿਲਾਪ ਦੀਆਂ ਰੰਗ ਰਲੀਆਂ ਮਾਣਦੇ ਹਨ। ਮਨਮੁਖ ਹੁਕਮ ਨ ਬੁੱਝੇ ਬਪੜੀ, ਨਿਤ ਹਉਮੈ ਕਰਮ ਕਮਾਏ, ਵਰਤ ਨੇਮ ਸੁਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ, ਅੰਤਰੋਂ ਕੁਸੁਧ ਮਾਇਆ ਮੋਹ ਬਿਧੇ, ਜਿਉ ਹਸਤੀ ਛਾਰ ਉਡਾਏ, ਜਿਨ ਉਪਾਏ ਤਿਸੈ ਨਾ ਚੇਤੈ, ਬਿਨ ਚੇਤੇ ਕਿਉ ਸੁਖ ਪਾਏ, ਨਾਨਕ ਪਰਪੰਚ ਕੀਆ ਧੁਰ ਕਰਤੈ, ਪੂਰਬ ਲਿਖਿਆ ਕਮਾਏ। ਸ਼ਲੋਕ ਮਹਲਾ ਚੌਥਾ। ਵਿਆਖਿਆ। ਮਨਮੁਖੀ ਦੁਹਾਗਣ ਜਗਿਆਸੂ ਰੂਪੀ ਇਸਤਰੀ ਪਤੀ ਪਰਮੇਸ਼ਰ ਦਾ ਹੁਕਮ ਨਹੀਂ ਬੁੱਝਦੀ, ਬੁੱਝ ਸਕਦੀ ਹੀ ਨਹੀਂ। ਬਸ ਹੁਕਮਾਂ ਤੋਂ ਮੁਨਹਰਫ ਹੋਈ ਵੀ ਨਿਤ ਆਪ ਹੁਦਰੇ ਆਪਣੀ ਮਨ ਦੀ ਮਰਜ਼ੀ ਦੇ ਹਉਮੈ ਗ੍ਰਸੇ ਕਰਮ ਹੀ ਕਮਾਉਂਦੀ ਹੈ। ਭਾਗ ਖੋਟੇ ਬਪੜੀ ਮਨਮੁਖ ਦੇ, ਆਪ ਹੁਦਰੇ ਹਉਮੈ ਅਧੀਨ ਉਸਦੇ ਵਰਤ ਨੇਮ ਸੁਚ ਸੰਜਮ ਪੂਜਾ ਆਦਿਕ ਕਰਮ ਕੀਤੇ ਸਭ ਪਾਖੰਡ ਰੂਪ ਹੀ ਸਿੱਧ ਹੁੰਦੇ ਹਨ। ਇਹਨਾਂ ਪਾਖੰਡ ਕਰਮਾਂ ਦੇ ਕੀਤਿਆਂ ਅੰਦਰਲਾ ਭਰਮ ਨਹੀਂ ਜਾਂਦਾ, ਨਾ ਦੁਬਿਧਾ ਮਿਟਦੀ ਹੈ। ਉਹ ਅੰਦਰੋਂ ਕੁਸੁਧ ਨਾਪਾਕ ਹੀ ਰਹਿੰਦੇ ਹਨ। ਮਾਇਆ ਮੋਹ ਦੇ ਅੱਟੇ ਹੋਏ ਹਉਮੈ ਮੈਲ ਨਾਲ ਲਿਬੜੇ ਹੀ ਰਹਿੰਦੇ ਹਨ। ਜਿਵੇਂ ਮਦ ਮੱਤਾ ਮੈਗਲ ਖੇ ਉਡਾਉਂਦਾ ਹੈ, ਤਿਵੇਂ ਉਹ ਮਨਮੁਖ ਵੀ ਛਾਰ ਖੇ ਹੀ ਉਡਾਉਂਦਾ ਰਹਿੰਦਾ ਹੈ। ਵਾਹਿਗੁਰੂ ਦੀ ਦਿੱਤੀ ਦਾਤ ਛਾਇਆ ਰੂਪੀ ਮਾਇਆ ਦੇ ਹੀ ਮਤਵਾਲੇ ਰਹਿੰਦੇ ਹਨ। ਜਿਸ ਵਾਹਿਗੁਰੂ ਦਾਤਾਰ ਨੇ ਉਹਨਾਂ ਨੂੰ ਉਪਾਇਆ ਹੈ ਅਤੇ ਦਾਤ ਦਿੱਤੀ ਹੈ, ਉਸ ਨੂੰ ਕਦੇ ਚੇਤਦੇ ਹੀ ਨਹੀਂ। ਬਿਨਾਂ ਵਾਹਿਗੁਰੂ ਨੂੰ ਚੇਤਿਆਂ ਸਿਮਰਿਆਂ ਕਿਵੇਂ ਸੱਚੇ ਸੁੱਖ ਨੂੰ ਪ੍ਰਾਪਤ ਹੋਣ। ਆਪਣਾ ਪੂਰਬ ਲਿਖਿਆ ਪਾਉਂਦੇ ਹਨ। ਪੂਰਬਲੀ ਲਿਖਤ ਅਨੁਸਾਰ ਹੀ ਮਨਮੁਖੀ ਕਰਮ ਕਮਾਉਂਦੇ ਹਨ। ਸੱਚੇ ਦੀ ਦਰਗਾਹੋਂ ਧੁਰ ਦਰਗਾਹੋਂ ਹੱਕੋ ਹੱਕ ਨਿਬੇੜਾ ਹੁੰਦਾ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ, ਭੋਰਾ ਭਰ ਵੀ ਗੁਮੇ ਨਹੀਂ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੈ ਪਿਆਰ, ਕੂੜ ਕਮਾਵੈ ਕੂੜ ਸੰਘਰੈ, ਕੂੜ ਕਰੈ ਆਹਾਰ, ਬਿਖ ਮਾਇਆ ਧਨ ਸੰਚ ਮਰੈ, ਅੰਤ ਹੋਏ ਸਭ ਛਾਰ, ਕਰਮ ਧਰਮ ਸੁਚ ਸੰਜਮ ਕਰੈ, ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੈ, ਸੋ ਥਾਇ ਨਾ ਪਵੈ, ਦਰਗਾਹ ਹੋਏ ਖੁਆਰ। ਸ਼ਲੋਕ ਮਹਲਾ ਚੌਥਾ। ਭਾਵ ਗੁਰੂ ਤੋਂ ਬੇਮੁਖ ਮਨਮੁਖੀ ਪੁਰਸ਼ ਉੱਤੇ ਮਾਇਆ ਦਾ ਮੋਹ ਹੀ ਪ੍ਰਬਲ ਰਹਿੰਦਾ ਹੈ। ਇਸ ਕਰਕੇ ਨਾਮ ਵੱਲ ਉਸ ਦੀ ਰੁਚੀ ਹੀ ਨਹੀਂ ਆਉਂਦੀ। ਉਸ ਨੂੰ ਮਾਇਆ ਮੋਹ ਗ੍ਰਸੇ ਨੂੰ ਨਾਮ ਨਾਲ ਪਿਆਰ ਪ੍ਰੇਮ ਹੀ ਨਹੀਂ ਲੱਗਦਾ। ਉਸ ਦੀਆਂ ਕਮਾਈਆਂ ਮਾਇਆ ਤ੍ਰਿਸ਼ਨਾਈਆਂ ਵੀ ਸਭ ਕੁੜਾਵੀਆਂ ਹਨ। ਕੂੜ ਹੀ ਉਹ ਕਮਾਉਂਦੇ ਹਨ, ਕੂੜ ਹੀ ਇਕੱਠਾ ਕਰਦੇ ਹਨ, ਕੂੜ ਦਾ ਹੀ ਉਹ ਆਹਾਰ ਕਰਦੇ ਹਨ। ਸਾਰੀ ਉਮਰ ਬਿਖ ਮਾਇਆ ਰੂਪੀ ਧਨ ਇਕੱਠਾ ਕਰ ਕਰ ਮਰ ਰਹਿੰਦੇ ਹਨ, ਜਿਸ ਧਨ ਨੇ ਅੰਤ ਅਵਸਰ ਛਾਰ ਹੀ ਹੋ ਜਾਣਾ ਹੈ।
ਜਿਤਨੇ ਵੀ ਕਰਮ ਧਰਮ ਸੁਚ ਸੰਜਮ ਉਹ ਕਰਦੇ ਹਨ, ਉਹਨਾਂ ਮਨਮੁਖੀ ਕਰਮਾਂ ਦਾ ਕੋਈ ਵੀ ਲਾਭ ਅਸਰ ਨਹੀਂ ਹੁੰਦਾ, ਸਗੋਂ ਅੰਦਰਲਾ ਲੋਭ ਵਿਕਾਰ ਹੋਰ ਵੱਧ ਜਾਂਦਾ ਹੈ। ਗੁਰੂ ਸਾਹਿਬ ਸੱਚ ਫਰਮਾਉਂਦੇ ਹਨ ਕਿ ਮਨਮੁਖੀ ਪੁਰਸ਼ ਜੋ ਵੀ ਕਰਮ ਕਮਾਉਂਦੇ ਹਨ, ਉਹ ਥਾਂ ਨਹੀਂ ਪੈਂਦੇ, ਕੁਝ ਫਲ ਨਹੀਂ ਲਿਆਉਂਦੇ, ਉਹਨਾਂ ਨੂੰ ਦਰਗਾਹੇ ਜਾ ਕੇ ਖੁਆਰ ਹੀ ਹੋਣਾ ਪੈਂਦਾ ਹੈ। ਮਰਜ਼ੀ ਕਰਤੇ ਦੀ ਜੰਮਣ ਮਰਨ ਨਾ ਚੁੱਕਈ, ਹਉਮੈ ਕਰਮ ਕਮਾਏ। ਸ਼ਲੋਕ ਮਹਲਾ ਚੌਥਾ। ਹਉਮੈ ਅੰਦਰ ਕਰਮ ਕਮਾਉਣ ਵਾਲਿਆਂ ਮਨਮੁੱਖਾਂ ਦਾ ਜੰਮਣ ਮਰਨ ਨਹੀਂ ਚੁੱਕਦਾ। 84 ਦੇ ਗੇੜ ਵਾਲਾ। ਮਨਮੁਖੀ ਕਰਮਾਂ ਦੀ ਮਾਰ ਮਨਮੁੱਖਾਂ ਨੂੰ ਸਹਿਣੀ ਹੀ ਬਣਦੀ ਹੈ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਸ਼ਲੋਕ ਮਹਲਾ ਪੰਜਵਾਂ। ਪਾਪੀ ਮਨਮੁਖੜੇ ਜੋ ਪਾਪ ਕਰਮ ਕਮਾਉਂਦੇ ਹਨ, ਅੱਗੇ ਜਾ ਕੇ ਨਰਕਾਂ ਵਿੱਚ ਪੈ ਕੇ ਹਾਏ ਹਾਏ ਦਾ ਬਿਰਲਾਪ ਕਰਨਗੇ। ਧਰਮ ਰਾਏ ਉਹਨਾਂ ਨੂੰ ਇਉਂ ਪੀੜੂ ਜਿਵੇਂ ਮਧਾਣੀਆਂ ਕੁਲਾੜੀਆਂ ਤੇ ਕੋਲੂਆਂ ਵਿੱਚ ਪਾ ਕੇ ਵਸਤੂਆਂ ਨੂੰ ਪੀੜੀਦਾ ਹੈ।